कि अजकल उल्टा जी असीं खेत जाने उतरन सार पहला खेत 'ਚ ਪਿਸ਼ਾਬ ਕਰਦੇ जी ना सानूं ठंडे मतलब छां ਦਾ फर्क है जी पता ना सानूं चढ़दे दा जी ਬੰਦਾ ਤੁਸੀਂ ਦੇਖ ਲਓ 99% ਬੰਦਾ ਜਦੋਂ ਖੇਤ ਜਾਊਗਾ ਉਤਰ ਕੇ ਪਹਿਲਾਂ ਆਪਦੇ ਖੇਤ 'ਚ ਹੀ ਪਿਸ਼ਾਬ ਕਰੋ। ਤੁਸੀਂ ਯਕੀਨ ਕਰੋ ਇੱਕ ਟਾਈਮ ਇਹੋ ਜਿਹਾ ਸੀਗਾ ਜਦੋਂ ਬੂਟਾਂ ਸਿਆਲ ਦੇ ਵਿੱਚ ਬੂਟ ਪਾਉਂਦੇ ਹੁੰਦੇ ਸੀ ਤੇ ਮੇਰੇ ਕੋਲ ਚੱਪਲਾਂ ਸੀਗੀਆਂ, ਬੂਟ ਮੇਰੇ ਕੋਲ ਹੈ ਨਹੀਂ ਸੀਗੇ। ਫਿਰ ਮੈਂ ਇੱਕ ਟਾਈਮ ਤੇ ਆਪਣਾ ਗੂਠਾ ਬਲੇਡ ਨਾਲ ਵੱਢ ਲਿਆ ਸੀ, ਉਹ ਮਤਲਬ ਪੱਟੀ ਬਲੇਡ ਕੀ, ਤਾਂ ਕਿ ਮੈਨੂੰ ਕੋਈ 10-15 ਦਿਨ ਬੂਟ ਨਾ ਹੋਣ। ਫਿਰ ਮੈਂ ਆਪਦੇ ਕਿਸੇ ਦੋਸਤ ਤੋਂ ਪੁਰਾਣੇ ਬੂਟ 50-60 ਰੁਪਈਆਂ 'ਚ ਲਏ ਸੀ। ਆਪਾਂ ਕਹਿੰਦੇ ਜੀ ਪੰਜਾਬੀ ਜਿਹੜੇ ਹੈਗੇ ਆ ਸਭ ਤੋਂ ਜਿਹੜੀ ਹੈਗੀ ਦਲੇਰ ਕੌਮ, ਅਣਖੀ ਕੌਮ ਆ। ਮੈਂ ਪੜ੍ਹਿਆ, ਪਰ ਮੈਂ ਕਹਾਂ ਵੀ ਸਭ ਤੋਂ ਜਿਹੜੀ ਹੈਗੀ ਆ ਇਹ ਕੌਮ ਡਰਪੋਕ ਹੈ। ਹੁਣ ਤੁਸੀਂ ਪੁੱਛੋ ਕਿਉਂ ਜੀ? ਤੁਹਾਡੇ 'ਚੋਂ ਕੋਈ ਬੰਦਾ ਉੱਠ ਕੇ ਤਰੱਕੀ ਕਰਦਾ ਜੀ, ਮਿਹਨਤ ਕਰਦਾ, ਤੁਹਾਨੂੰ ਵੀ ਪਤਾ, ਉਹ ਬੰਦੇ ਸਭ ਤੋਂ ਪਹਿਲਾਂ ਤਾਂ ਭਰਾ ਭੈਣ ਉੱਤੇ ਖਾਰ ਖਾਊਗਾ, ਫਿਰ ਉਹਦਾ ਮਾਂ ਪਿਓ ਖਾਊਗਾ, ਫਿਰ ਤਾਏ ਚਾਚੇ ਖਾਣਗੇ ਜੀ, ਫਿਰ ਜਿਹੜੀ ਦੁੱਕੀ ਤਿੱਕੀ ਆਂਢ ਗੁਆਂਢ ਦੀ ਰਲ ਕੇ ਤੇ ਫਿਰ ਉਹ ਪਾਊਗੀ ਵੀ ਉਸ ਟਾਈਮ ਤੇ ਉਹ ਲੋਕ ਵੀ ਤੁਹਾਨੂੰ ਮੱਤਾਂ ਦੇਣਗੇ ਜਿਨ੍ਹਾਂ ਨੂੰ ਤੁਸੀਂ ਚੱਕ ਕੇ ਖੜਾਇਆ ਹੁੰਦਾ, ਜਿਨ੍ਹਾਂ ਨੇ ਤੁਹਾਡਾ ਦੌਰ ਨਹੀਂ ਦੇਖਿਆ, ਉਹ ਵੀ ਤੁਹਾਡੇ ਤੇ ਉਂਗਲਾਂ ਉੱਠਦਾ ਹੈਗਾ। ਮੇਰੀ ਬੇਟੀ ਦਾ ਵਿਆਹ ਹੈਗਾ ਤਾਂ ਮੈਨੂੰ ਇੰਨੇ ਲੱਖ ਰੁਪਈਆ ਚਾਹੀਦਾ ਹੈਗਾ, ਪਰ ਉਹ ਜਦੋਂ ਲਾਲਾ ਹਿਸਾਬ ਕਰਦਾ ਹੈਗਾ ਉਹਦੇ ਕੁਝ ਹੀ ਪੈਸੇ ਬਣਾਉਂਦਾ। ਸਪੋਜ਼ ਕਰੋ 3 ਲੱਖ ਦਾ ਨਰਮਾ ਸੀ, ਉਹਨੂੰ ਕੱਟ ਕਟਾਈ ਕਰਕੇ ਤੂੰ ਬੀਜ ਦੇ ਲੈ ਗਿਆ ਸੀ, ਤੂੰ ਕੁੜੀ ਦੇ ਸ਼ਗਨ ਤੇ ਲੈ ਗਿਆ ਸੀ, ਉਹਨੂੰ 25,000 ਰੁਪਇਆ ਦਿੰਦਾ ਹੈਗਾ ਤੇ ਉਹ ਕਹਿੰਦਾ ਵੀ ਮੈਂ 25,000 ਦਾ ਕੀ ਕਰੂੰਗਾ, ਮੇਰੀ ਤਾਂ ਕੁੜੀ ਦੇ ਆਨੰਦ ਕਾਰਜ ਹੈ ਜਿਹੜਾ 3-4 ਲੱਖ ਰੁਪਇਆ ਮੈਨੂੰ ਚਾਹੀਦਾ ਸੀ। ਤੁਸੀਂ ਨਿੱਜੀ ਤੌਰ ਤੇ ਕਿਵੇਂ ਮਹਿਸੂਸ ਕਰਦੇ ਹੋ ਕਿ ਜਦੋਂ ਬੰਦਾ ਆਰਥਿਕ ਤੰਗੀ ਦਾ ਸ਼ਿਕਾਰ ਹੁੰਦਾ ਹੈ, ਖਾਸ ਤੌਰ ਤੇ ਬੰਦਾ ਜਿਹਨੇ ਘਰ ਚਲਾਉਣਾ ਹੈ, ਉਹ ਕਿਹੜੇ ਜਜ਼ਬਾਤਾਂ ਚੋਂ ਲੰਘਦਾ ਹੈ? ਦੇਖੋ ਜੀ, ਮਨ ਮਾਰਨਾ ਪੈਂਦਾ ਇੱਥੇ ਆ ਕੇ। ਕਈ ਵਾਰੀ ਤੁਸੀਂ ਯਕੀਨ ਕਰੋ, ਇਹ ਚੀਜ਼ਾਂ ਮੈਂ ਦੇਖੀਆਂ ਜੀ, ਮੈਂ ਬਹੁਤ ਕੁਝ ਦੇਖਿਆ ਜੀ। ਮੈਂ ਮਤਲਬ ਉਹ ਦਿਨ ਵੀ ਦੇਖਿਆ ਜਦੋਂ ਮੈਨੂੰ ਕੋਈ ਘਰੇ ਟੀਵੀ ਨਹੀਂ ਦੇਖਣ ਦਿੰਦਾ ਸੀ, ਮੈਂ ਕਿਤੋਂ ਸਾਈਕਲ ਮੰਗਦਾ ਸੀ, ਮੈਨੂੰ ਕੋਈ ਸਾਈਕਲ ਨਹੀਂ ਮਿਲਦਾ ਹੁੰਦਾ ਸੀ। ਇਹ ਜਿਹੜੀਆਂ ਖੁਦਕੁਸ਼ੀਆਂ ਹੁੰਦੀਆਂ ਕਿਸਾਨੀ ਦਾ, ਮੈਂ ਸਮਝਦਾ ਇਹਦੇ ਵਿੱਚ ਇਹ ਚੀਜ਼ ਦਾ ਬਹੁਤ ਯੋਗਦਾਨ ਆ ਕਿ ਤੁਹਾਡੀ ਕਿਸੇ ਨਾ ਕਿਸੇ ਤੋਂ ਆਸ ਜ਼ਰੂਰ ਹੁੰਦੀ। ਜਦੋਂ ਤੁਹਾਡੀ ਆਸ ਟੁੱਟਦੀ ਹੈ ਉਦੋਂ ਬੰਦਾ ਟੁੱਟਦਾ ਜੀ। ਤੁਸੀਂ ਆਪ ਮਹਿਸੂਸ ਕੀਤੀਆਂ ਇਹ ਚੀਜ਼ਾਂ? ਬਹੁਤ ਚੀਜ਼ ਜੀ, ਬਹੁਤ ਦੇਖੀਆਂ ਇਹ ਚੀਜ਼ ਮੈਂ ਬਹੁਤ ਦੇਖੀ, ਪਰ ਮੈਂ ਪਰਮਾਤਮਾ ਤੇ ਬਹੁਤ ਜ਼ਿਆਦਾ ਯਕੀਨ ਕਰਦਾ। ਉਹਦੀਆਂ ਕਰਾਮਾਤ ਅੱਜ ਵੀ ਮੇਰੇ ਨਾਲ ਹੁੰਦੀਆਂ, ਮੈਂ ਉਹਨੂੰ ਮੰਨਦਾ ਜੀ। ਮੈਂ ਉਹਦੇ ਕਰਕੇ ਇੱਥੇ ਆਇਆ ਜੀ। ਮੈਂ ਇੱਥੇ ਆਇਆ ਤਾਂ ਮੈਂ ਮਤਲਬ ਜਨਮ ਤੋਂ ਲੈ ਕੇ ਮੌਤ ਤੱਕ ਮਰਨ ਵਾਸਤੇ ਆਇਆ, ਪਰ ਇਹਦੇ ਵਿੱਚ ਜ਼ਿੰਦਗੀ ਜਿਉਣੀ ਹੈ ਜੀ। ਮਿਹਨਤ ਤੁਹਾਡੀ ਹੈ ਕਿਤੇ ਨਾ ਕਿਤੇ ਕੰਮ ਆਉਂਦੀ, ਕਿਸਮਤ ਹੋ ਸਕਦਾ ਕੰਮ ਨਾ ਦੇਵੇ, ਪਰ ਮਿਹਨਤ ਜ਼ਰੂਰ ਕੰਮ ਆਉਂਦੀ। ਪਰ ਅੱਜ ਕੱਲ੍ਹ ਦੀ ਜਿਹੜੀ ਹੈਗੀ ਸਥਿਤੀ ਹੈਗੀ ਹੈ ਜੀ, ਇਹ ਮਲਟੀਮੀਡੀਆ ਚੱਲ ਪਿਆ, ਜਿਹਦੇ ਵਿੱਚ ਕੋਈ ਬੰਦਾ ਕੰਮ ਕਰਕੇ ਕੋਈ ਨਹੀਂ ਖੋਜੀ, ਜਿਹੜਾ ਕੋਈ ਹੈਗਾ ਸੌਖ ਨੂੰ ਜਾਂਦਾ ਜੀ। ਨਵੇਂ ਗੀਤ ਦਸਾਂ ਮਗਰ 9 ਅਸਲੇ ਤੇ ਹੋਣਗੇ ਜੀ, ਉਹ ਸਿਖਾਤਾ ਉਹਨੂੰ ਮਾਰੀ ਜਾਂਦਾ, ਉਦੋਂ ਅਗਲਾ ਰਿਜ਼ਲਟ ਕਿਉਂ ਨਹੀਂ ਵਿਖਾਉਂਦੇ ਫਿਰ ਜੀ? ਮੈਂ ਤੇ ਦੇਖਿਆ, ਮੇਰੀ 42-43 ਸਾਲ ਉਮਰ ਹੋ ਗਈ, ਮੈਂ ਤੇ ਜਿਹਨੇ ਕਿਸੇ ਦਾ ਗੜਾਸਾ ਮਾਰਿਆ ਉਹ ਵੀ ਮੈਂ ਪਰਚੇ 'ਚ ਅੰਦਰ ਵੇਖਿਆ ਜੀ। ਇਸ ਤਰ੍ਹਾਂ ਜੇ ਤੁਸੀਂ ਕੋਈ ਕੀਤਾ ਹੈਗਾ, ਜੇ ਤੁਸੀਂ ਨਸ਼ਾ ਕੀਤਾ ਹੈਗਾ, ਉਹਦਾ ਐਂਡ ਵੀ ਤਾਂ ਵਿਖਾਉਣਾ ਵੀ ਨਸ਼ਾ ਕਰਕੇ ਬੰਦਾ ਹੋਇਆ ਕਿੱਥੇ ਹੈ, ਕੀ ਕੀਤਾ ਉਹਨੇ। ਵੱਧ ਤੋਂ ਵੱਧ ਪੀ ਕੇ ਪਿਆ ਹੀ ਹੋਣਾ, ਕਿਤੇ ਮਾਂ ਪਿਓ ਨੂੰ ਗਾਲਾਂ ਕੱਢੀਆਂ ਉਹਨੇ, ਸਮਾਨ ਵੇਚਿਆ ਹੋਣਾ ਜੀ। ਇਹ ਦੁੱਧ ਤਾਂ ਕਿਸੇ ਨੇ ਕੀਤਾ ਨਹੀਂ, ਇਹ ਤਾਂ ਹੈ ਨਹੀਂ ਕੋਈ ਨਸ਼ਾ ਕਰਕੇ ਮਾਊਂਟ ਐਵਰੈਸਟ ਤੇ ਚੜਿਆ ਹੋਣਾ। ਮੰਨ ਲਓ ਮੇਰੇ ਨਾਲ ਕੋਈ 14 ਜਣੇ ਹੋ ਰਹੇ, ਅਸੀਂ ਕਿਤੇ ਨਾਈਟ ਨੂੰ ਪਾਰਟੀ ਤੇ ਬੈਠੇ, ਉਹ ਸਾਰੇ ਖਾਈ ਪੀ ਜਾਂਦੇ, ਕੋਈ ਅੱਡੋ ਅੱਡ ਤਰ੍ਹਾਂ ਦਾ ਨਸ਼ਾ ਕਰੀ ਜਾਂਦੇ, ਕੁਛ ਵੀ ਮਤ ਕਰ ਰਿਹਾ। ਮੈਂ ਇਕੱਲਾ ਕੋਕ ਪੀ ਰਿਹਾ ਹੈਗਾ ਤੇ ਮੈਂ ਸਲਾਦ ਖਾ ਰਿਹਾ। ਉਹਨਾਂ ਦੇ ਵਿੱਚ ਜੇ ਆਪਾਂ ਵੋਟ ਪਵਾਈਏ ਤੇ ਗੁਰਮੀਤ ਇਕੱਲਾ ਗਲਤ ਹੋਊਗਾ, ਕਿਉਂਕਿ 14 ਖਾ ਪੀ ਰਹੇ ਆ, ਗੁਰਮੀਤ ਨਹੀਂ ਖਾ, ਮੈਂ ਗਲਤ ਹੈਗਾ। ਪਰ ਮੈਨੂੰ ਪਤਾ ਮੈਂ ਸਹੀ ਹਾਂ, ਇਹ 14 ਗਲਤ। ਹੁਣ ਤੁਸੀਂ ਸ਼ਰਾਬਾਂ ਪੀ ਕੇ ਆਪਦੀ ਧੀ ਕੋਲੇ ਜਾਓਗੇ, ਕੀ ਉਹ ਚੰਗਾ ਲੱਗਦਾ? ਜੇ ਤੁਸੀਂ ਸ਼ਰਾਬ ਪੀਤੀ ਤੁਸੀਂ ਗਾਲਾਂ ਵੀ ਕੱਢੋਗੇ, ਪੇਂਡੂਆਂ ਸਾਡੇ ਤਾਂ ਸ਼ੁਰੂ ਗੱਲ ਵੀ ਗਾਲ ਤੋਂ ਹੁੰਦੀ ਹੈ ਜੀ, ਫਿਰ ਉਹ ਚੰਗਾ ਨਹੀਂ ਲੱਗਦਾ। ਜੇ ਤੁਹਾਡੇ ਘਰੇ ਧੀ ਹੈ, ਮੈਂ ਨਹੀਂ ਚਾਹੁੰਦਾ ਵੀ ਇਹ ਜਿਹਾ ਕੁਛ ਹੋਣਾ ਚਾਹੀਦਾ। ਨਸ਼ਾ ਧੀ ਵਾਲੇ ਬੰਦੇ ਨੂੰ ਨਹੀਂ ਕਰਨਾ ਚਾਹੀਦਾ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਸਾਡੇ ਦੇਸ਼ ਦੇ ਵਿੱਚ ਜ਼ਾਤ ਭਾਰੂ ਹੈ। ਦੇਸ਼ ਦੀ ਹਰ ਇੱਕ ਚੀਜ਼, ਚਾਹੇ ਉਹ ਇਕੋਨਮੀ ਰਹੀ ਹੋਵੇ, ਚਾਹੇ ਸਿਆਸਤ ਰਹੀ ਹੋਵੇ, ਵੋਟਾਂ ਰਹੀਆਂ ਹੋਣ, ਤੇ ਭਾਵੇਂ ਕਾਰੋਬਾਰ ਕਿੱਤਾ ਰਿਹਾ ਹੋਵੇ, ਉਹ ਜ਼ਾਤਾਂ ਦੇ ਨਾਲ ਸੰਬੰਧਿਤ ਰਿਹਾ ਹੈ। ਜ਼ਾਤ ਸਾਡੇ ਸਮਾਜ ਦਾ ਉਹ ਹਿੱਸਾ ਹੈ ਜਿਹਦੇ ਤੋਂ ਅਸੀਂ ਨਾ ਚਾਹ ਕੇ ਵੀ ਦੂਰ ਨਹੀਂ ਭੱਜ ਸਕਦੇ। ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਕਿ ਚੀਜ਼ਾਂ 'ਚ ਜ਼ਾਤਾਂ ਨੂੰ ਨਾ ਲਿਆਓ, ਇਹ ਕਮਿਊਨਲ ਕਰ ਦਿੰਦੀਆਂ ਸਾਨੂੰ, ਇਹਦੀ ਰੰਗਤ ਮਾੜੀ ਹੈ, ਪਰ ਇਹਦੇ ਤੋਂ ਚਾਹ ਕੇ ਅਸੀਂ ਭੱਜ ਨਹੀਂ ਸਕੇ। ਔਰ ਜਦੋਂ ਕੋਈ ਲੇਖਕ ਆਪਣੇ ਤੋਂ ਇਲਾਵਾ ਕਿਸੇ ਹੋਰ ਦੀ ਗੱਲ ਕਰਦਾ ਹੈ ਤਾਂ ਉਹ ਸੰਜੀਦਗੀ ਨੂੰ ਸਮਝਣਾ, ਉਹਦੇ ਦਰਦ ਨੂੰ ਸਮਝਣਾ, ਉਹ ਨੇੜਿਓਂ ਦੇਖਣਾ ਬੜਾ ਲਾਜ਼ਮੀ ਹੁੰਦਾ। ਕਾਸ਼ ਮੈਂ ਤੂੰ ਹੁੰਦੀ, ਗੁਰਮੀਤ ਸਿੰਘ ਬਾਮ ਬੜੇ ਸੁਹਿਰਦ ਤੇ ਸੁਚੱਜੇ ਲੇਖਕ ਨੇ, ਬਹੁਤ ਸਮਾਜਿਕ ਵਿਸ਼ਿਆਂ ਤੇ ਸਮਾਜਿਕ ਪਹਿਲੂਆਂ ਨੂੰ ਛੇੜਦੇ ਆਏ ਹੈ। ਤਾਂ ਅੱਜ ਕਿਸਾਨੀ ਸੰਘਰਸ਼ ਹੈ। ਕਿਸਾਨੀ ਸੰਘਰਸ਼ ਦੇ ਵਿੱਚ ਗੁਰਮੀਤ ਸਿੰਘ ਬਾਮ ਜਦੋਂ ਕਿਸਾਨ ਦੀ ਗੱਲ ਕਰਦੇ ਹੈ, ਜੱਟ ਦੀ ਗੱਲ ਕਰਦੇ ਹੈ, ਜ਼ਿਮੀਂਦਾਰ ਦੀ ਗੱਲ ਕਰਦੇ ਹੈ, ਤਾਂ ਉਹਦੇ ਦਰਦ ਨੂੰ ਕਿਸ ਤਰ੍ਹਾਂ ਬਿਆਨ ਕਰਦੇ, ਇਹਦੀ ਅੱਜ ਗੱਲ ਕਰਾਂਗੇ। ਕਿਉਂਕਿ ਸੜਕਾਂ ਤੇ ਆਇਆ ਜ਼ਿਮੀਂਦਾਰ ਅੱਜ 2 ਮਹੀਨੇ ਦੇ ਲਗਭਗ ਹੁਣ ਸਿਆਲਾਂ ਨੇ ਦਸਤਕ ਦਿੱਤੀ ਹੈ। ਜਦੋਂ ਬੈਠੇ ਸੀ
ਰੇਲ ਦੀਆਂ ਪਟੜੀਆਂ ਤੇ ਤਾਂ ਉਹ ਤੱਤੀਆਂ ਸੀਗੀਆਂ ਤੇ ਹੁਣ ਠੰਡ ਦੇ ਵਿੱਚ ਕੰਬਲ ਲੈਣੇ ਪੈਣੇ ਆ, ਰਾਤਾਂ ਨੂੰ ਧੁੰਦਾਂ ਦੇ ਵਿੱਚ ਬਹਿਣਾ ਪੈਣਾ ਹੈ। ਉਸ ਪੂਰੇ ਮਾਹੌਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇੱਕ ਲੇਖਕ ਦੇ ਜ਼ਰੀਏ ਕਿ ਉਹ ਕੀ ਸੋਚਦਾ ਹੈ। ਜਦੋਂ ਮੈਂ ਜੱਟ ਹਾਂ, ਗੁਰਮੀਤ ਸਿੰਘ ਬਾਮ ਲਿਖਦੇ ਹੈ, ਪੰਨਾ ਨੰਬਰ 81 ਇਹਨਾਂ ਦੀ ਇਸ ਕਿਤਾਬ ਦੇ ਵਿੱਚ, ਤਾਂ ਜਦੋਂ ਜੱਟ ਦੀ ਗੱਲ ਕਰਦੇ ਆ ਤਾਂ ਜਦੋਂ ਇਸ ਕਵਿਤਾ ਦੀ ਡੂੰਘਾਈ ਨੂੰ ਤੁਸੀਂ ਦੇਖੋਗੇ, ਪੜ੍ਹੋਗੇ, ਤਾਂ ਤੁਹਾਨੂੰ ਸਮਝ ਆਊਗਾ ਕਿ ਕਿੰਨੇ ਨੇੜਿਓਂ ਇਹਨਾਂ ਨੇ ਜੱਟ ਦੇ ਉਸ ਦਰਦ ਦੀ ਗੱਲ ਕੀਤੀ ਹੈ। ਔਰ ਤੁਸੀਂ ਦੇਖੋ ਕਿ ਇੱਕ ਬਿੰਬ ਹੁੰਦਾ, ਮੈਟਾਫੋਰ ਹੁੰਦਾ, ਜਿਹਦੇ ਨਾਲ ਤੁਸੀਂ ਚੀਜ਼ਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ। ਔਰ ਆਪਣੀ ਧੀ ਦੇ ਨਾਲ ਜਦੋਂ ਆਪਣੀ ਉਹ ਖੜੀ ਫਸਲ ਨੂੰ ਕੰਪੇਅਰ ਕਰਦਾ ਤਾਂ ਕਿੰਨਾ ਸੋਹਣਾ ਇਹ ਉਹਨੂੰ ਐਕਸਪਲੇਨ ਕਰਦੇ ਆ। ਸਾਡੇ ਨਾਲ ਗੁਰਮੀਤ ਸਿੰਘ ਬਾਮ ਨੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ। ਬਾਈ ਜੀ, ਇਹ ਕਿੰਨਾ ਚਿਰ ਹੋ ਗਿਆ ਇਸ ਕਿਤਾਬ ਨੂੰ ਤੁਹਾਨੂੰ ਲਿਖੀ ਨੂੰ? ਇਹਨੂੰ ਲਗਭਗ 4 ਸਾਲ ਹੋ ਗਏ। 4 ਸਾਲ ਹੋ ਗਏ। ਤਾਂ ਜਦੋਂ ਤੁਸੀਂ ਜੱਟ ਦੀ ਗੱਲ ਕਰਦੇ ਹੋ ਔਰ ਤੁਸੀਂ ਆਪ ਇੱਕ ਗੈਰ ਜੱਟ ਹੋ, ਤੁਸੀਂ ਜੱਟ ਬਰਾਦਰੀ ਨੂੰ ਬਿਲੋਂਗ ਨਹੀਂ ਕਰਦੇ, ਤਾਂ ਉਸ ਦਰਦ ਨੂੰ ਤੁਸੀਂ ਲਿਖਣ ਬੈਠੇ ਜਦੋਂ, ਉਹ ਸਮਝਿਆ ਕਿਵੇਂ? ਮਤਲਬ ਅਸੀਂ ਪਿੰਡ ਤੋਂ ਬਿਲੋਂਗ ਕਰਦੇ ਹਾਂ ਜੀ, ਤੇ ਪਿੰਡ ਦੇ ਵਿੱਚ ਅਸੀਂ ਵੀ ਇਹਨਾਂ ਚੀਜ਼ਾਂ ਤੇ ਜਿਵੇਂ ਲਾ ਲਓ ਖੇਤੀਬਾੜੀ ਨਾਲ ਸੰਬੰਧਿਤ ਹੈ, ਖੇਤੀਬਾੜੀ ਦੇ ਵਿਚਰਦੇ ਹਾਂ ਜੀ। ਜਿਵੇਂ ਹੁਣ ਪਿੰਡਾਂ ਦੀਆਂ ਗਲੀਆਂ ਨਾਲੀਆਂ, ਛੱਪੜ ਲੈ ਲਓ ਜਾਂ ਬਖੂਏ ਲਾ ਲਓ ਜਾਂ ਖੇਤ ਦੀ ਕੋਈ ਗੱਲ ਕਰ ਲਓ, ਅਸੀਂ ਸਾਰੇ ਇਹਨਾਂ ਚੀਜ਼ਾਂ 'ਚ ਵਿਚਰਦੇ ਹਾਂ। ਅਤੇ ਉਹਦੇ ਵਿੱਚ ਸਾਨੂੰ ਮਤਲਬ ਪਿੰਡ ਦੇ ਵਿੱਚ ਜ਼ਿਮੀਂਦਾਰ ਨਿੱਕੇ ਤੋਂ ਲੈ ਕੇ ਵੱਡੇ ਤੱਕ ਦਾ ਮੇਲ ਮਿਲਾਪ ਹੁੰਦਾ, ਜਿਹਦੇ ਕਰਕੇ ਸਾਨੂੰ ਉਹਨਾਂ ਬਾਰੇ ਨੌਲੇਜ ਹੁੰਦੀ ਹੈ ਵੀ ਕਿਹੜੇ ਜ਼ਿਮੀਂਦਾਰ ਦੀ ਕੀ ਸਥਿਤੀ ਹੈ। ਜਿਹੜੀ ਇਹ ਮੇਰੀ ਕਹਾਣੀ ਸੀਗੀ ਮੈਂ ਜੱਟ ਹਾਂ, ਉਹਦੇ ਵਿੱਚ ਇੱਕ ਆਮ ਨੋਰਮਲ ਜੋ 4-5 ਕਿੱਲੇ ਵਾਲਾ ਜ਼ਿਮੀਂਦਾਰ ਹੈਗਾ, ਉਹਦੀ ਇੱਕ ਸੋਚ ਹੈ। ਉਹ ਜਦੋਂ ਉਹਦੇ ਬੱਚੇ ਹੈਗੇ ਆ, ਉਹ ਕੁੜੀ ਉਹਦੀ ਵਿਆਹੁਣ ਵਾਲੀ ਹੈ, ਉਹ ਜਿਸ ਦਿਨ ਉਹਦੀ ਕੁੜੀ ਦੇ ਉਸ ਦਾ ਮੰਗਣੀ ਹੁੰਦੀ ਹੈ, ਤੇ ਉਸੇ ਦਿਨ ਹੀ ਆਪਦੀ ਨਰਮੇ ਦੀ ਫਸਲ ਬੀਜਦਾ। ਤੇ ਜਿਸ ਤਰ੍ਹਾਂ ਹੁਣ ਆਪਣੇ ਪਿੰਡਾਂ ਦੇ ਵਿੱਚ ਜ਼ਿਮੀਂਦਾਰੀ ਕਿਸਾਨੀ ਦੇ ਵਿੱਚ ਇਹ ਚੀਜ਼ ਦੇਖੀ ਜਾਂਦੀ ਹੈ, ਤੁਹਾਡੀ ਜਿਹੜੀ ਆਪਾਂ ਬੇਟੇ ਬੇਟੀ ਦੀ ਮੈਰਿਜ ਉਦੋਂ ਕਰਦੇ ਜਦੋਂ ਕੋਈ ਫਸਲ ਵੇਚੀ ਜਾਂਦੀ ਹੈ। ਉਹ ਫਿਰ ਆਪਦੀ ਬੇਟੀ ਦੇ ਜਿਹੜੀ ਹੈਗੀ ਹੈ ਮੈਰਿਜ ਦੀ ਤਰੀਕ ਫਿਕਸ ਕਰ ਲੈਂਦਾ ਵੀ ਜਿਸ ਦਿਨ ਮੇਰਾ ਨਰਮਾ ਮਤਲਬ ਕਣਕ ਬੀਜਣੀ ਹੋਊਗੀ ਤੇ ਨਰਮੇ ਤੋਂ ਪਹਿਲਾਂ ਮੈਂ ਜਿਹੜਾ ਸਾਰੀ ਸੇਲ ਕਰਕੇ ਤੇ ਉਸ ਦਿਨ ਦੀ ਮੈਰਿਜ ਰੱਖ ਲੈਂਦੇ ਹੋ। ਉਹ ਫਿਰ ਉਹਦੇ ਬਰਾਬਰ ਉਹਨੂੰ ਕੰਪੈਰੀਜ਼ਨ ਆਪਦੀ ਧੀ ਨੂੰ ਕਰਦਾ, ਜਿੱਦੇ ਨਰਮਾ ਬੀਜਦਾ ਹੈਗਾ ਉਹਦੇ ਬਰਾਬਰ ਆਪਦੀ ਕੁੜੀ ਦੇ ਚਾਅ ਪੂਰੇ ਕਰ ਲੱਗਦਾ। ਜਿਵੇਂ ਉਸ ਨੂੰ ਚੀਜ਼ ਦੀ ਲੋੜ ਪੈਂਦੀ ਹੈਗੀ ਹੈ, ਨਰਮੇ ਨੂੰ ਕਿਸੇ ਬੀਜ ਦੀ ਲੋੜ ਫਸਲ ਦੇ ਵਿੱਚ ਰੇਹ ਸਪਰੇ ਦੀ ਲੋੜ ਪੈਂਦੀ ਹੈ, ਉਵੇਂ ਧੀ ਲਈ ਸਮਾਨ ਜੋੜਨਾ ਨਿੱਕਾ ਨਿੱਕਾ ਸ਼ੁਰੂ ਕਰਦਾ। ਜਿਵੇਂ ਜਿਵੇਂ ਉਹ ਵੱਧਦਾ, ਉਸ ਨੂੰ ਇਹ ਦਿਨ ਦੇਖਦਾ ਕਿ ਅੱਜ ਮੇਰੇ ਨਰਮੇ ਨੂੰ ਚੁਗਣ ਲਈ ਇੰਨੇ ਦਿਨ ਰਹਿ ਗਏ। ਉਸੇ ਤਰ੍ਹਾਂ ਕੁੜੀ ਦੇ ਵਿਆਹ ਦੇ ਦਿਨ ਵੀ ਬਰਾਬਰ ਗਿਣਦਾ ਹੈਗਾ। ਉਹ ਇਸ ਤਰ੍ਹਾਂ ਕਰਦਾ ਉਸ ਨੂੰ ਜਾਂਦਾ ਹੈਗਾ, ਜਿਵੇਂ ਜਿਵੇਂ ਮਤਲਬ ਉਹਦੇ ਦਿਨ ਨੇੜੇ ਆਉਂਦੇ ਜਾਂਦੇ ਰਹਿੰਦੇ ਹੈਗੇ, ਉਹਦੀਆਂ ਮਤਲਬ ਸਮਾਨ ਦੀ ਡਿਮਾਂਡ ਵੀ ਜਿਹੜੀ ਵੱਧਦੀ ਜਾਂਦੀ ਹੈ। ਅਖੀਰ ਤੱਕ ਜਦੋਂ ਜਾ ਵੜਦਾ ਹੈਗਾ, ਲਾਲੇ ਕੋਲੇ ਜਾਂਦਾ ਹੈਗਾ, ਉੱਥੇ ਜਾ ਕੇ ਫਿਰ ਆਪਦਾ ਸਮਾਨ ਜਦੋਂ ਨਰਮਾ ਵੇਚਦਾ ਹੈਗਾ, ਉੱਥੇ ਜਾ ਕੇ ਫਿਰ ਉਹਨੂੰ ਜੋ ਰੇਟ ਲੱਗਦਾ ਹੈਗਾ, ਉਹ ਦੱਸਦਾ ਹੈਗਾ ਵੀ ਮੇਰੀ ਬੇਟੀ ਦਾ ਵਿਆਹ ਹੈਗਾ ਤਾਂ ਮੈਨੂੰ ਇੰਨੇ ਲੱਖ ਰੁਪਈਆ ਚਾਹੀਦਾ ਹੈਗਾ। ਪਰ ਉਹ ਜਦੋਂ ਲਾਲਾ ਹਿਸਾਬ ਕਰਦਾ ਹੈਗਾ, ਉਹ ਉਹਦੇ ਕੁਝ ਹੀ ਪੈਸੇ ਬਣਾਉਂਦਾ। ਸਪੋਜ਼ ਕਰੋ 3 ਲੱਖ ਦਾ ਨਰਮਾ ਸੀ, ਉਹਨੂੰ ਕੱਟ ਕਟਾਈ ਕਰਕੇ ਤੂੰ ਬੀਜ ਦੇ ਲੈ ਗਿਆ ਸੀ, ਤੂੰ ਕੁੜੀ ਦੇ ਸ਼ਗਨ ਤੇ ਲੈ ਗਿਆ ਸੀ, ਉਹਨੂੰ 25,000 ਰੁਪਇਆ ਦਿੰਦਾ ਹੈਗਾ। ਤੇ ਉਹ ਕਹਿੰਦਾ ਵੀ ਮੈਂ 25,000 ਦਾ ਕੀ ਕਰੂੰਗਾ, ਮੇਰੀ ਤਾਂ ਕੁੜੀ ਦੇ ਆਨੰਦ ਕਾਰਜ ਜਿਹੜਾ 3-4 ਲੱਖ ਰੁਪਇਆ ਮੈਨੂੰ ਚਾਹੀਦਾ ਸੀ, ਪਰ ਉਹ ਨਹੀਂ ਦਿੰਦਾ। ਉਸ ਤੋਂ ਮਗਰੋਂ ਫਿਰ ਉਹਦੀ ਦੁਕਾਨ ਤੇ ਬੈਠਾ ਹੁੰਦਾ ਕੋਈ ਬੰਦਾ, ਉਹਨੂੰ ਕਹਿੰਦਾ ਵੀ ਤੂੰ ਐਂ ਕਰਕੇ ਐਵੇਂ ਕਿਉਂ ਮਿੰਨਤਾਂ ਕੱਢੀ ਜਾਣਾ ਵੀ ਇਹਦੀਆਂ 3-4 ਲੱਖ ਤੂੰ ਹੋਰ ਕਿਤੋਂ ਮੰਗ ਲਾ ਤੇ ਪੈਸਾ ਹੋਰ ਕਿਤੋਂ ਲੈ ਲਓ। ਉਹ ਕਹਿੰਦਾ ਵੀ ਮੈਂ ਫਲਾਣੇ ਥਾਂ ਮੰਗੀ ਬੈਠਾ, ਢੌਂਕੇ ਤੋਂ ਮੰਗੀ ਬੈਠਾ, ਮੇਰਾ ਤਾਂ ਜਿਹੜਾ ਕੰਮ ਆ ਫਸਲ ਤੇ ਸੀਗਾ, ਵੀ ਫਸਲ ਦੇ ਸਿਰ ਤੇ ਹੈਗਾ ਤੇ ਉਹ ਮੈਂ ਲਿਆ ਕੇ ਸਿੱਟਦੀ। ਉਹਦੇ ਕੱਪੜੇ ਕੋਈ ਇਸ ਤਰ੍ਹਾਂ ਦੇ ਹੁੰਦੇ ਆ, ਕਿਉਂਕਿ ਮਤਲਬ ਆਮ ਨੋਰਮਲ ਕੱਪੜੇ ਪਾਏ ਹੁੰਦੇ ਆ, ਤੇ ਉਹਨੂੰ ਵੇਖ ਕੇ ਉਹਦੇ ਨਾਲ ਦੇ ਜਿਹੜੇ ਦੋਸਤ ਬੈਠੇ ਹੁੰਦੇ ਉਹਨੂੰ ਕਹਿੰਦਾ ਯਾਰ ਤੂੰ ਮੰਗਤਾ ਤਾਂ ਲੱਗਦਾ ਹੈਗਾ, ਵੀ ਤੂੰ ਜਿਹੜੇ ਹੈਗੇ ਕੋਈ ਹੋਰ ਕਿਤੋਂ ਮੰਗ ਲਾ, ਵਿਆਹ ਵਾਸਤੇ ਮੰਗਣਾ ਹੀ ਆ, ਕਿਉਂ ਲਾਲੇ ਦੇ ਪਿੱਛੇ ਪੈਣੇ, ਦਿੱਲੀ ਜਾਣਾ, ਲੇਟ ਹੋਈ ਜਾਂਦੇ ਆ। ਉਹ ਫਿਰ ਆਪਦੀ ਜਿਹੜਾ ਗੱਦੀ ਤੇ ਉਹਦਾ ਸਾਫਾ ਜਿਹੜਾ ਹੁੰਦਾ ਥੱਲੇ ਸਿੱਟਦਾ, ਥੱਲੇ ਉਹ ਗੱਦੀ ਤੇ ਸਿੱਟ ਕੇ ਫਿਰ ਉਹਦੇ ਲਾਲੇ ਬੰਨੀ ਵੇਂਦਾ ਹੈਗਾ, ਕਿਉਂਕਿ ਲਾਲੇ ਨੂੰ ਪਤਾ ਹੁੰਦਾ ਵੀ ਇਹ ਜ਼ਿਮੀਂਦਾਰ ਆ। ਫਿਰ ਉਹਦੇ ਮੂੰਹ ਨਹੀਂ ਵੇਖ ਕੇ ਕਹਿੰਦਾ ਮੈਂ ਜੱਟ ਹਾਂ, ਵੀ ਮੈਂ ਜੱਟ ਹਾਂ, ਮੰਗਤਾ ਨਹੀਂ ਗਾ ਮੈਂ। ਉਹ ਫਿਰ ਬਾਹਰ ਆ ਜਾਂਦਾ, ਜਿਵੇਂ ਉਹਦੇ ਕੋਲ ਟਰੈਕਟਰ ਹੁੰਦਾ ਜੋ 4-5 ਕਿੱਲੇ ਵਾਲੇ ਕੋਲੇ ਹੁੰਦਾ, ਫਿਰ ਉਹ ਜਦੋਂ ਜਾਂਦਾ ਉਹਦੇ ਟਰੈਕਟਰ ਕੋਲੇ ਸਾਫਾ ਰੱਖਦਾ ਹੈਗਾ, ਫਿਰ ਤਾਂ ਨੂੰ ਮੂੰਹ ਕਰਕੇ ਤੇ ਰੱਬ ਵਾਲੇ ਪਾਸੇ ਕਰਕੇ ਦੇਖਦਾ, ਤੈਨੂੰ ਪਤਾ ਮੈਂ ਜੱਟ ਹਾਂ। ਆਂਦਾ ਮੈਂ ਜੱਟ ਆ, ਮੈਂ ਮੰਗਤਾ ਨਹੀਂ ਗਾ, ਇਹ ਤੈਨੂੰ ਪਤਾ। ਆਂਦਾ ਮੇਰੀ ਉਹ ਮੈਂ ਕੁੜੀ ਦਾ ਕੀ ਕਰਾਂ, ਦਾ ਜਿਹੜੀ ਕੁੜੀ ਦੇ ਬਰਾਬਰ ਨੂੰ ਮੈਂ ਫਸਲ ਬੀਜੀ ਸੀ ਅੱਜ ਵੱਡੀ ਹੋ ਗਈ, ਮੇਰਾ ਨਰਮਾ ਵੀ ਚਿੱਟਾ ਹੈ ਤੇ ਮੇਰੀ ਕੁੜੀ ਦਾ ਰੰਗ ਵੀ ਅੱਜ ਚਿੱਟਾ ਹੋ ਗਿਆ, ਚਾੜਨਾ ਵੀ ਮੇਰਾ ਵਿਆਹ ਹੈਗਾ। ਤੇ ਪਰ ਹੁਣ ਦੇਖਾਂ ਦਾ ਇਹ ਨਰਮਾ ਵੀ ਜਿਹੜਾ ਹੈਗਾ ਤਾਂ ਚਿੱਟਾ ਇੱਥੇ ਹੈਗਾ, ਪਰ ਮੇਰੀ ਕੁੜੀ ਦਾ ਅੱਜ ਤੋਂ ਬਾਅਦ ਰੰਗ ਕਾਲਾ ਹੋਣ ਲੱਗ ਪਊਗਾ। ਵੀ ਆਂਦਾ ਉਹਦੇ ਫਿਕਰ ਦੇ ਵਿੱਚ ਵੀ ਮੈਂ ਹੁਣ ਮੰਗਾ ਕੀ, ਤੂੰ ਮੈਨੂੰ ਜੱਟ ਦਾ ਰੁਤਬਾ ਦਿੱਤਾ, ਹੁਣ ਤੂੰ ਮੈਨੂੰ ਐਂ ਦੱਸ ਵੀ ਮੈਂ ਕੀ ਕਰਾਂ।
ਵੀ ਮੈਂ ਕਿਹੜੀ ਚੀਜ਼ ਨੂੰ ਅੱਗੇ ਲੈ ਕੇ ਆਵਾਂ। ਹੁਣ ਮੈਂ ਆਪਦੀ ਜਿਹੜੀ ਹੈਗੀ ਖੁਦਦਾਰੀ ਮਾਰ ਕੇ ਤੇ ਮੈਂ ਲੋਕਾਂ ਤੋਂ ਮੰਗਾ ਵੀ ਮੇਰੀ ਕੁੜੀ ਵਾਸਤੇ ਵਿਆਹ ਹੈਗਾ, ਜਾਂ ਮੈਂ ਆਪਦੀ ਕੁੜੀ ਨੂੰ ਫਾਇਆ ਦੇਵਾਂ ਵੀ ਉਹਦਾ ਰੰਗ ਵੀ ਕਾਲਾ ਕਰਾਂ ਵੀ ਤੂੰ ਦੱਸ ਵੀ ਮੈਂ ਜੱਟ ਹਾਂ, ਮੈਂ ਜੱਟ ਹਾਂ। ਤਾਂ ਬਹੁਤ ਖੂਬਸੂਰਤੀ ਨਾਲ ਤੁਸੀਂ ਇਹਨੂੰ, ਮੈਂ ਚਾਹੁੰਦਾ ਕਿ ਇੱਕ ਦੋ ਲਾਈਨਾਂ ਜੇ ਤੁਸੀਂ ਇਹਦੇ ਵਿੱਚੋਂ ਪੜ੍ਹ ਕੇ ਸੁਣਾ ਸਕੋ। ਹਾਲਾਂਕਿ ਤੁਸੀਂ ਕਹਾਣੀ ਨੂੰ ਬਹੁਤ ਖੂਬ ਬਿਆਨ ਕੀਤਾ ਹੈ, ਪਰ ਜੇ ਇੱਕ ਦੋ ਲਾਈਨਾਂ ਜੇ ਤੁਸੀਂ ਇਹਦੇ ਚੋਂ ਪੜ੍ਹ ਕੇ ਸੁਣਾਓ। ਹਾਂਜੀ ਹਾਂਜੀ, ਉਸ ਦੇ ਵਿੱਚ ਇਹ ਕਹਿੰਦਾ ਵੀ ਮੈਂ ਜੱਟ ਹਾਂ, ਮੈਂ ਜੱਟ ਹਾਂ। ਇੱਕ ਕੜਕਦੀ ਆਵਾਜ਼ ਤੇ ਅੱਖਾਂ ਵਿੱਚ ਰੋਹਬ ਦੇਖ ਕੇ ਲਾਲਿਆਂ ਦੀ ਆਵਾਜ਼ ਥੋੜ੍ਹੀ ਮੱਧਮ ਪੈ ਗਈ ਤੇ ਉਹਨਾਂ 'ਤੇ ਚੁੱਪ ਛਾ ਗਈ ਤੇ ਉਹ ਕੁਲਵਿੰਦਰ ਕੋਲੋਂ ਦੀ ਲੰਘ ਕੇ ਗੱਡੀ ਵਿੱਚ ਬੈਠਣਾ ਹੀ ਮੁਨਾਸਬ ਸਮਝਿਆ, ਕਿਉਂਕਿ ਉਹ ਦਿੱਲੀ ਜਾ ਰਿਹਾ ਸੀ ਲਾਲਾ। ਦੂਜੇ ਪਾਸੇ ਜਿੰਨਾ ਚਿਰ ਗੱਡੀ ਦਿਖਦੀ ਰਹੀ, ਕੁਲਵਿੰਦਰ ਗੱਡੀ ਤੇ ਲਾਲਿਆਂ ਵੱਲ ਘੂਰ-ਘੂਰ ਕੇ ਦੇਖਦੇ ਰਿਹਾ, ਪਰੰਤੂ ਜਦੋਂ ਗੱਡੀ ਦੂਰ ਚਲੀ ਗਈ ਤਾਂ ਉਸ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਤੇ ਆਪਣਾ ਸਾਫਾ ਟਰੈਕਟਰ ਦੀ ਸੀਟ ਤੇ ਸੁੱਟ ਕੇ ਜਦੋਂ ਸਟੀਅਰਿੰਗ ਨੂੰ ਹੱਥ ਪਾਉਣ ਲੱਗਿਆ ਤਾਂ ਉਹ ਤਾਂ ਵੱਲ ਮੂੰਹ ਕਰਕੇ ਕਹਿਣ ਲੱਗਾ, ਪਤਾ ਤੈਨੂੰ ਵੀ ਮੈਂ ਕੀ ਹਾਂ, ਮੈਂ ਜੱਟ ਹਾਂ, ਜੱਟ ਨਾ ਮੰਗਤਾ ਨਾ ਦਾਨੀ। ਤੂੰ ਤਾਂ ਕਹਿੰਦਾ ਮੈਂ ਸਾਰੀ ਦੁਨੀਆ ਦੀਆਂ ਮੰਗਾਂ ਪੂਰੀਆਂ ਕਰਦਾ, ਕਿੱਥੇ ਰਹਿ ਗਈਆਂ ਮੇਰੀ ਧੀ ਦੀਆਂ ਸਧਰਾਂ ਤੇ ਮੇਰੇ ਪੁੱਤ ਦੇ ਚਾਅ, ਮੇਰੀ ਘਰ ਵਾਲੀ ਦੇ ਸੁਪਨੇ। ਆ 25,000 ਕਿਸ ਲਈ ਕੀ ਲੈ ਕੇ ਜਾਵਾਂਗਾ ਦੱਸ ਤੂੰ, ਨਾ ਮੈਂ ਮਰਿਆਂ ਵਿੱਚੋਂ ਨਾ ਮੈਂ ਜਿਉਂਦਿਆਂ ਵਿੱਚੋਂ। ਲਾਲੇ ਤੋਂ ਆਸ ਸੀ ਉਹ ਵੀ ਅੱਜ ਜਵਾਬ ਦੇ ਗਿਆ, ਪੁੱਤ ਮੇਰਾ ਮੋਟਰਸਾਈਕਲ ਠੀਕ ਹੋਣ ਦੀ ਖੁਸ਼ੀ ਵਿੱਚ ਸਵੇਰੇ ਰੋਟੀ ਨਹੀਂ ਖਾ ਕੇ ਆਇਆ, ਧੀ ਮੇਰਾ ਦਿਲ ਵਿੱਚ ਦਰਦ ਲੈ ਕੇ ਪੇਪਰ ਦੇਣ ਗਈ ਹੈ। ਘਰ ਵਾਲੀ ਨੇ ਲੜ ਰੋਟੀਆਂ ਬੰਨ੍ਹ ਦਿੱਤੀਆਂ, ਪਰ ਮੈਨੂੰ ਪਤਾ ਕਰਮਾਂ ਵਾਲੀ ਜਿੰਨਾ ਚਿਰ ਮੈਂ ਘਰ ਨਹੀਂ ਜਾਂਦਾ ਉਹ ਵੀ ਨਹੀਂ ਖਾਂਦੀ ਤੇ ਮੈਂ ਉਹਨਾਂ ਬਿਨਾਂ ਕਿਵੇਂ ਖਾ ਸਕਦਾ, ਕਿਵੇਂ ਕਿਸ ਦਾ ਮੋੜਾਂ, ਕਿਸ ਦੇ ਲਈ ਜੋੜਾਂ। ਲਾਲਾ ਤਾਂ ਕਹਿ ਗਿਆ ਕਿਸੇ ਹੋਰ ਤੋਂ ਮੰਗ ਲਾ, ਪਤਾ ਨਾ ਮੇਰਾ ਤੈਨੂੰ ਪਤਾ ਮੈਂ ਮੰਗਤਾ ਨਹੀਂ ਹਾਂ ਮੈਂ ਜੱਟ ਹਾਂ। ਜੱਟ ਕਹਿੰਦੇ ਕੁਲਵਿੰਦਰ ਦੀਆਂ ਅੱਖਾਂ ਵਿੱਚ ਪਾਣੀ ਦਾ ਹੜ੍ਹ ਵਗ ਗਿਆ ਤੇ ਸਟੀਅਰਿੰਗ ਤੇ ਪਿਆ ਹੱਥ ਢਿੱਲਾ ਪੈ ਗਿਆ ਤੇ ਅੱਜ ਉਸ ਦੀ ਧੌਣ ਜੋ ਰੱਬ ਵੱਲ ਆਕੜੀ ਸੀ ਨੀਵੀਂ ਪੈ ਗਈ। ਤਾਂ ਕੀ ਤੁਹਾਨੂੰ ਲੱਗਦਾ ਕਿ ਇਹ ਇਸ ਇਲਾਕੇ ਦਾ ਵੀ ਇਹ ਦੁਖਾਂਤ ਹੈ? ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਇਸ ਇਲਾਕੇ 'ਚ, ਮੁਕਤਸਰ ਸਾਹਿਬ ਦੇ ਇਲਾਕੇ 'ਚ ਖਾਸ ਤੌਰ 'ਤੇ ਲੰਮੀ, ਮਲੋਟ, ਅਬੋਹਰ ਵੱਲ ਨੂੰ ਜਦੋਂ ਜਾਈਏ, ਸਰਾਵਾਂ, ਇਹ ਪਿੰਡਾਂ 'ਚ ਵੱਡੇ ਜ਼ਿਮੀਂਦਾਰ ਨੇ, ਇੱਥੇ ਆਰਥਿਕ ਤੰਗੀ ਘੱਟ ਹੈ। ਕੀ ਇਹ ਦੁਖਾਂਤ ਇੱਥੇ ਵੀ ਹੈਗਾ ਜਿਹਨੂੰ ਤੁਸੀਂ ਐਕਸਪਲੇਨ ਕਰ ਰਹੇ ਹੋ? ਹਾਂਜੀ ਹਾਂਜੀ, ਕਿਉਂਕਿ ਜੋ ਮਤਲਬ ਉਹਦੇ ਤੇ ਜੇ ਵੱਡੀਆਂ ਕੋਈ ਫਰਮ ਹੈ ਉਹਦੀ ਗਿਣਤੀ ਤਾਂ 2-4% ਹੁੰਦੀ ਹੈ। ਜੋ ਜ਼ਿਆਦਾ ਮਾੜਾ ਦਬਕਾ ਆਉਂਦਾ ਜੀ, ਜਿਹਦੇ ਵਿੱਚ 4-5 ਕਿੱਲੇ ਵਾਲੇ ਹੁੰਦੇ ਆ ਜਾਂ ਵਿਚਾਰੇ ਠੇਕੇ ਤੇ ਲੈਣ ਵਾਲੇ ਹੁੰਦੇ ਆ, ਉੱਥੇ ਹੁਣ 10 ਤੋਂ 15 ਸਾਲ ਪਹਿਲਾਂ ਸੇਮ ਕਰਕੇ ਫਸਲ ਨਹੀਂ ਹੁੰਦੀ। ਅੱਜ ਵੀ ਜਿਹੜਾ ਮੀਂਹਾਂ ਦੇ ਪਾਣੀ ਨਾਲ ਫਸਲ ਮਰਦੀ ਹੈ ਜੀ, ਉੱਥੇ ਇਹ ਚੀਜ਼ ਆਮ ਦੇਖਣ ਨੂੰ ਮਿਲਦੀ ਹੈ ਜੀ। ਤੁਸੀਂ ਨਿੱਜੀ ਤੌਰ 'ਤੇ ਕਿਵੇਂ ਮਹਿਸੂਸ ਕਰਦੇ ਹੋ ਕਿ ਜਦੋਂ ਬੰਦਾ ਆਰਥਿਕ ਤੰਗੀ ਦਾ ਸ਼ਿਕਾਰ ਹੁੰਦਾ ਹੈ, ਖਾਸ ਤੌਰ 'ਤੇ ਬੰਦਾ ਜਿਹਨੇ ਘਰ ਚਲਾਉਣਾ ਹੈ, ਉਹ ਕਿਹੜੇ ਜਜ਼ਬਾਤਾਂ 'ਚੋਂ ਲੰਘਦਾ ਹੈ? ਦੇਖੋ ਜੀ, ਮਨ ਮਾਰਨਾ ਪੈਂਦਾ ਇੱਥੇ ਆ ਕੇ। ਕਈ ਵਾਰੀ ਤੁਸੀਂ ਯਕੀਨ ਕਰੋ, ਇਹ ਚੀਜ਼ਾਂ ਮੈਂ ਦੇਖੀਆਂ ਜੀ, ਮੈਂ ਬਹੁਤ ਕੁਝ ਦੇਖਿਆ ਜੀ। ਮੈਂ ਮਤਲਬ ਉਹ ਦਿਨ ਵੀ ਦੇਖਿਆ ਜਦੋਂ ਮੈਨੂੰ ਕੋਈ ਘਰੇ ਟੀਵੀ ਨਹੀਂ ਦੇਖਣ ਦਿੰਦਾ ਸੀ, ਮੈਂ ਕਿਤੋਂ ਸਾਈਕਲ ਮੰਗਦਾ ਸੀ, ਮੈਨੂੰ ਕੋਈ ਸਾਈਕਲ ਨਹੀਂ ਮਿਲਦਾ ਹੁੰਦਾ ਸੀ। ਮੈਂ ਉਹ ਦਿਨ ਦੇਖਿਆ ਜੀ, ਬੰਦਾ ਜਦੋਂ ਕਿਸੇ ਨੂੰ ਮੰਗਣ ਜਾਂਦਾ ਨਾ, ਆਪਦਾ ਸਾਰਾ ਕੁਝ ਮਾਰ ਕੇ ਜਾਂਦਾ ਜੀ। ਉਹ ਜਦੋਂ ਕਿਸੇ ਤੋਂ ਮੰਗਦਾ ਹੈਗਾ ਪਹਿਲਾਂ ਜਾ ਕੇ ਪੁੱਛੂਗਾ ਜੀ ਤੁਹਾਡਾ ਹਾਲ ਕੀ ਹੈ, ਜਵਾਕਾਂ ਦਾ। ਹਾਲਾਂਕਿ ਉਹਨੂੰ ਨਾ ਤਾਂ ਜਵਾਕਾਂ ਦਾ ਪਤਾ ਹੁੰਦਾ ਜੀ, ਸਭ ਕੁਝ ਪੁੱਛਦਾ ਤੇਰਾ ਪਰਿਵਾਰ ਕਿਵੇਂ, ਫਲਾਨਾ। ਅਖੀਰ ਤੇ ਆ ਕੇ ਵਿਚਾਰੇ ਨੇ ਉਹਨੇ ਗੱਲ ਕਰਨੀ ਹੁੰਦੀ ਪੈਸੇ ਦੀ। ਉੱਥੇ ਵੀ ਬੰਦੇ ਜਿਹੜੇ ਹੁੰਦੇ ਜਿਹਦੇ ਕੋਲ ਦੇ ਸਕਦਾ ਹੁੰਦਾ, ਜਿਹਨੂੰ ਰੱਬ ਨੇ ਦਿੱਤੇ ਹੁੰਦੇ ਆ, ਉਹ ਵੀ ਬੰਦਾ ਜਦੋਂ ਉਹਨੂੰ ਜਵਾਬ ਦੇ ਉਹਦੀ ਇੱਕ ਆਸ ਉਸੇ ਤਾਂ ਹੀ ਹੁੰਦੀ ਹੈ। ਉਹ ਜਦੋਂ ਮੋੜਦੇ ਤੇ ਉਹਨੂੰ ਕੀ ਹੁੰਦਾ ਤੁਸੀਂ ਸਾਹਿਬ। ਇਹ ਜਿਹੜੀਆਂ ਖੁਦਕੁਸ਼ੀਆਂ ਹੁੰਦੀਆਂ ਕਿਸਾਨੀ ਦਾ, ਮੈਂ ਸਮਝਦਾ ਇਹਦੇ ਵਿੱਚ ਇਹ ਚੀਜ਼ ਦਾ ਬਹੁਤ ਯੋਗਦਾਨ ਆ ਕਿ ਤੁਹਾਡੀ ਕਿਸੇ ਨਾ ਕਿਸੇ ਤੋਂ ਆਸ ਜ਼ਰੂਰ ਹੁੰਦੀ। ਜਦੋਂ ਤੁਹਾਡੀ ਆਸ ਟੁੱਟਦੀ ਹੈ ਉਦੋਂ ਬੰਦਾ ਟੁੱਟਦਾ ਜੀ। ਕਿਉਂਕਿ ਜੇ ਮੈਂ ਕਿਸੇ ਤੋਂ ਮੰਨ ਲਓ ਮੈਂ ਕਿਸੇ ਤੋਂ ਕੋਈ 5-10 ਹਜ਼ਾਰ ਮੰਗਣ ਗਿਆ ਜੀ, ਉਹਨੇ ਮੈਨੂੰ ਮੋੜਤਾ ਜੀ, ਉਸ ਤੋਂ ਬਾਅਦ ਮੇਰੇ ਪਿੱਛੇ ਵੀ ਜੋ ਸੀ, ਹੋ ਸਕਦਾ ਮੈਂ ਕਿਸੇ ਆਪਦੇ ਜਵਾਕਾਂ ਵਾਸਤੇ ਲੈਣ ਗਿਆ ਹੋਵਾਂ ਜਾਂ ਕੁਛ ਮੈਂ ਟੁੱਟਦਾ ਹੈਗਾ ਤੇ ਪਿਛਲੀ ਮੇਰੀ ਫੈਮਿਲੀ ਵੀ ਟੁੱਟਦੀ। ਸੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ, ਇੱਕ ਦਰਦ ਹੁੰਦਾ ਕਿਤੇ ਨਾ ਕਿਤੇ ਅੱਗੇ ਆਉਂਦਾ, ਜਿਹਦੇ ਵਿੱਚ ਹੋ ਸਕਦਾ ਖੁਦਕੁਸ਼ੀਆਂ ਦਾ ਕਾਰਨ ਵੀ ਇਹ ਬਣਦਾ। ਤੁਸੀਂ ਆਪ ਮਹਿਸੂਸ ਕੀਤੀਆਂ ਇਹ ਚੀਜ਼ਾਂ? ਬਹੁਤ ਚੀਜ਼ ਜੀ, ਬਹੁਤ ਦੇਖੀਆਂ ਇਹ ਚੀਜ਼ ਮੈਂ ਬਹੁਤ ਦੇਖੀ। ਪਰ ਮੈਂ ਪਰਮਾਤਮਾ 'ਤੇ ਬਹੁਤ ਜ਼ਿਆਦਾ ਯਕੀਨ ਕਰਦਾ, ਉਹਦੀਆਂ ਕਰਾਮਾਤ ਅੱਜ ਵੀ ਮੇਰੇ ਨਾਲ ਹੁੰਦੀਆਂ, ਮੈਂ ਉਹਨੂੰ ਮੰਨਦਾ ਜੀ। ਮੈਂ ਉਹਦੇ ਕਰਕੇ ਇੱਥੇ ਆਇਆ ਜੀ। ਮੈਂ ਇੱਥੇ ਆਇਆ ਤਾਂ ਮੈਂ ਮਤਲਬ ਜਨਮ ਤੋਂ ਲੈ ਕੇ ਮੌਤ ਤੱਕ ਮਰਨ ਵਾਸਤੇ ਆਇਆ, ਪਰ ਇਹਦੇ ਵਿੱਚ ਜ਼ਿੰਦਗੀ ਜਿਉਣੀ ਹੈ ਜੀ। ਜ਼ਿੰਦਗੀ ਜਿਉਂ ਕੇ ਕੁਛ ਜਾਣਾ ਜੀ, ਕਿਉਂਕਿ ਜਿੰਨੀਆਂ ਮੇਰੇ ਸੁਪਨੇ ਬਹੁਤ ਵੱਡੇ ਜੀ, ਮੈਂ ਪੂਰੇ ਵੀ ਕੀਤੇ ਜੀ। ਤੋਂ ਬਿਨਾਂ ਸੁਪਨੇ ਪੂਰੇ ਕੀਤੇ ਮੈਂ ਮਰ ਗਿਆ ਜੀ, ਤੇ ਮੈਂ ਧਰਮਰਾਜ ਨੂੰ ਟਿਕਣ ਨਹੀਂ ਦੇਣਾ ਜੀ। ਹਾਂ ਵੀ ਮਿਹਨਤ ਮੈਂ ਕਰਦਾ, ਮੈਂ ਮਿਹਨਤ ਕਰਦਾ ਤਾਂ ਨਾਂ ਲੈ ਕੇ ਕਰਦਾ ਜੀ। ਉਹਦੇ ਨਾਂ ਬਿਨਾਂ ਮੈਂ ਨਹੀਂ ਚੱਲਦਾ ਜੀ। ਤੇ ਉਹ ਮੈਂ ਮਿਹਨਤ ਕਰਦਾ। ਆਸ ਮੈਂ ਬੰਦੇ ਤੋਂ 2% ਰੱਖਦਾ ਜੀ, 98% ਮੇਰੀ ਆਸ ਪਰਮਾਤਮਾ ਤੇ ਸੀ ਹੈ ਤੇ ਰਹਿੰਦੀ ਹੈ ਜੀ। ਉਹ ਮੇਰੀਆਂ ਗੱਲਾਂ ਜੋ ਮੈਨੂੰ ਚਾਹੀਦੀਆਂ ਹੁੰਦੀਆਂ, ਜਿਵੇਂ ਤੁਹਾਡਾ ਕੋਈ ਬੇਟਾ ਹੈਗਾ, ਜੇ ਤੁਹਾਨੂੰ ਹੀ ਨਹੀਂ ਪਤਾ ਉਹਨੂੰ ਕੀ ਚਾਹੀਦਾ ਹੈਗਾ, ਫਿਰ ਤੁਹਾਨੂੰ ਬਾਪ ਬਣਨ ਦਾ ਮਤਲਬ ਕੋਈ ਫਾਇਦਾ ਨਹੀਂ। ਉਸੇ ਤਰ੍ਹਾਂ ਪਰਮਾਤਮਾ ਨੇ ਸਾਨੂੰ ਭੇਜਿਆ, ਉਹਨੂੰ ਪਤਾ ਗੁਰਮੀਤ ਨੂੰ ਕਦੋਂ ਕੀ ਚਾਹੀਦਾ, ਉਹ ਮੈਨੂੰ ਮਿਲਦਾ ਜੀ।
ਪੰਜਾਬ ਨੂੰ ਕਿਵੇਂ ਦੇਖਦੇ ਹੋ ਇੱਕ ਲੇਖਕ ਦੇ ਤੌਰ ਤੇ, ਇੱਕ ਚਿੰਤਕ ਦੇ ਤੌਰ ਤੇ, ਜੋ ਅੱਜ ਦੇ ਹਾਲਾਤ ਨੇ, ਕਿਸਾਨੀ ਦੇ ਹਾਲਾਤ ਹੋਣ, ਨਸ਼ਿਆਂ ਦੀ ਗੱਲ ਹੋ ਰਹੀ ਹੋਵੇ, ਓਵਰਆਲ ਪੰਜਾਬ ਨੂੰ ਤੁਸੀਂ ਆਪਣੀ ਨਜ਼ਰੋਂ ਕਿਵੇਂ ਦੇਖਦੇ ਹੋ? ਪੰਜਾਬ ਸਾਡੇ ਸੋਨੇ ਦੀ ਚਿੜੀ ਹੈ ਜੀ। ਇਹਦੇ ਵਿੱਚ ਮਿਹਨਤ ਜੇ ਕੋਈ ਕਰਦਾ ਹੈਗਾ, ਉਹਦੀ ਮਿਹਨਤ ਨਾਲ ਕੰਮ ਸਹੀ ਪਾਸੇ ਲਾਉਂਦਾ ਹੈਗਾ ਜੀ, ਤੇ ਉਹਦੇ ਵਿੱਚ ਇਹਦੇ ਵਰਗਾ, ਕਿਉਂਕਿ ਮਿਹਨਤ ਤੁਹਾਡੀ ਹੈ, ਕਿਤੇ ਨਾ ਕਿਤੇ ਕੰਮ ਆਉਂਦੀ। ਕਿਸਮਤ ਹੋ ਸਕਦਾ ਕੰਮ ਨਾ ਦੇਵੇ, ਪਰ ਮਿਹਨਤ ਜ਼ਰੂਰ ਕੰਮ ਆਉਂਦੀ। ਪਰ ਅੱਜ ਕੱਲ੍ਹ ਦੀ ਜਿਹੜੀ ਹੈਗੀ ਸਥਿਤੀ ਹੈਗੀ ਹੈ ਜੀ, ਇਹ ਮਲਟੀਮੀਡੀਆ ਚੱਲ ਪਿਆ, ਜਿਹਦੇ ਵਿੱਚ ਕੋਈ ਬੰਦਾ ਕੰਮ ਕਰਕੇ ਕੋਈ ਨਹੀਂ ਖੋਜੀ। ਜਿਹੜਾ ਕੋਈ ਹੈਗਾ ਸੌਖ ਨੂੰ ਜਾਂਦਾ ਜੀ, ਨਾ ਤਾਂ ਕੋਈ ਪਹਿਲਾਂ ਵਾਲੀਆਂ ਗੇਮਾਂ ਰਹਿ ਗਈਆਂ, ਨਾ ਕੋਈ ਮਿਹਨਤ ਰਹਿ ਗਈ ਹੈ ਜੀ। ਹਰੇਕ ਬੰਦਾ ਹੁਣ ਸਾਡੇ ਪਿੰਡਾਂ 'ਚ ਵੀ ਲਾ ਲਓ, ਹਰੇਕ ਬੰਦਾ ਜ਼ਮੀਨ ਠੇਕੇ ਦਿੰਦਾ, ਬਾਹਰਲੇ ਪਿੰਡ ਵਾਲੇ ਲੈਂਦੇ ਆ। ਆਪਦੀ ਜ਼ਮੀਨ ਤੇ ਬੰਦਾ ਵਾਹੀ ਨਹੀਂ ਕਰਦਾ, ਠੇਕੇਦਾਰ ਬਾਹਰੋਂ ਆ ਕੇ ਕਰੀ ਜਾਂਦੇ ਹੈਗੇ। ਅਸੀਂ ਆਪ ਮਿਹਨਤ ਛੱਡ ਗਏ ਆ। ਕਿਉਂ ਨਹੀਂ ਕਰਦੇ? ਉਹਦੇ ਵਿੱਚ ਕੁਝ ਵੀ ਹੋ ਸਕਦਾ, ਫੈਮਿਲੀ ਬਣੀ ਹੋਈ ਹੋ ਸਕਦਾ ਜੀ। ਫੈਮਿਲੀ ਚਾਹੁੰਦੀ ਹੋਵੇ ਸਾਡਾ ਬੱਚਾ ਚੱਲ ਪੜ੍ਹ ਲੇ ਜੀ, ਕਿਸੇ ਪਾਸੇ ਲੱਗ ਜੇ, ਇਹ ਵੀ ਹੋ ਸਕਦਾ। ਜਾਂ ਕਹਿੰਦੇ ਵੀ ਅਸੀਂ ਧੱਕੇ ਖਾਧੇ, ਜਵਾਕਾਂ ਨੂੰ ਨਾ ਖਵਾਈਏ ਜੀ। ਕਿਉਂਕਿ ਬੰਦਾ ਹਰੇਕ ਜਿਹੜਾ ਹੈਗਾ ਆਪਣੇ ਪੁੱਤਾਂ ਧੀਆਂ ਨੂੰ ਤਾਂ ਐਸ਼ ਹੀ ਕਰਾਉਂਦਾ ਜੀ। ਉਹ ਐਸ਼ ਕਿਤੇ ਜਾ ਕੇ ਮੇਰੇ ਹਿਸਾਬ ਦੇ ਵਿੱਚ ਉਹ ਵੀ ਮਹਿੰਗੀ ਪੈਂਦੀ ਹੈ ਜੀ। ਨੁਕਸਾਨ ਦੇ ਰਹੀ ਆ ਉਹ ਕਿਤੇ ਨਾ ਕਿਤੇ ਹੁੰਦੀ ਹੈ, ਕਿਉਂਕਿ ਜ਼ਿਆਦਾ ਖੁੱਲ੍ਹ ਵੀ ਜਿਹੜੀ ਮਾੜੀ ਹੈ। ਜਿਵੇਂ ਕਹਿੰਦੇ ਚੇਲਾ ਤੇ ਖੁਰਪਾ ਚੰਡੇ ਹੀ ਸੂਤ ਆਉਂਦੇ, ਉਹ ਚੀਜ਼ ਨੂੰ ਕਿਤੇ ਨਾ ਕਿਤੇ ਅਹਿਸਾਸ ਕਰਾਉਣਾ ਚਾਹੀਦਾ, ਪੈਸਾ ਕਿਵੇਂ ਬਣਦਾ ਜੀ, ਉਹਨੂੰ ਵਰਤਣਾ ਕਿਵੇਂ ਹੈ ਜੀ। ਤੇ ਜੇ ਚੀਜ਼ ਸੰਭਾਲ ਕੇ ਚੱਲਾਂਗੇ ਅਸੀਂ, ਸਾਡੇ ਵਰਗਾ ਕੋਈ ਬੰਦਾ ਹੀ ਹੈ ਨਹੀਂ, ਸਾਨੂੰ ਹੱਥ ਅੱਡਣਾ ਹੀ ਨਹੀਂ ਪੈਣਾ ਕਿਸੇ ਅੱਗੇ। ਤੁਹਾਨੂੰ ਲੱਗਦਾ ਕਿ ਮਲਟੀਮੀਡੀਆ ਦੇ ਦੌਰ ਨੂੰ ਵੀ ਕੰਟਰੋਲ ਹੋਣਾ ਚਾਹੀਦਾ, ਇਹਦੇ 'ਚ ਵੀ ਇੱਕ ਸੀਮਾ ਤੈਅ ਹੋਣੀ ਚਾਹੀਦੀ ਹੈ ਵੀ ਇਦੋਂ ਗਾਂਹ ਨਾ ਜਾਓ? ਉਹ ਤਾਂ ਹੋਣਾ ਹੀ ਚਾਹੀਦਾ। ਹੁਣ ਦੇਖੋ ਜੀ, ਤੁਸੀਂ ਜੇ ਤਾਂ ਤੁਸੀਂ ਸਕੂਲ 'ਚ ਪੜ੍ਹਨਾ ਆਤੇ ਜਾਂਦੇ, ਪਹਿਲਾਂ ਕਹਿੰਦੇ ਤੁਹਾਨੂੰ ਜਨਮ ਪੱਤਰੀ ਹੋ, ਜਦੋਂ ਕੋਈ ਜਨਮ ਪੱਤਰੀ ਨਹੀਂ ਪੜ੍ਹਦੇ 20 ਸਾਲ ਦੀ ਤੁਹਾਡੀ ਉਹ ਤੇ ਐਡਮਿਸ਼ਨ ਨਹੀਂ ਹੋਣੀ ਜੀ। ਫਿਰ ਇਹ ਚੀਜ਼ ਦਾ ਕੋਈ ਸਰਟੀਫਿਕੇਟ ਤਾਂ ਹੋਣਾ ਚਾਹੀਦਾ ਨਾ, ਤੁਸੀਂ ਕਿਹੋ ਜਿਹਾ ਗਾਣਾ ਤੁਸੀਂ ਪਾ ਸਕਦੇ ਆ ਜੀ, ਕਿਹੜਾ ਗਾਣਾ ਨਹੀਂ ਪਾਦਾ, ਇਹ ਸੇਧ ਕੀ ਮਿਲੂਗੀ ਕੀ ਨਹੀਂ। ਉਹ ਥੋੜੀ ਵੀ ਕੋਈ ਮਰਜ਼ੀ ਚੱਕ ਕੇ ਗਾਣਾ YouTube ਤੇ ਜਾਂ ਕਿਸੇ ਪਾਤਾ, ਉਹ ਚੀਜ਼ਾਂ ਦਾ ਕੋਈ ਮਹਿਣਾ ਨਹੀਂ। ਉਹਦਾ ਕੋਈ ਨਾ ਤਾਂ ਰਿਜ਼ਲਟ ਹੁੰਦਾ, ਨਾ ਸਿਰ ਹੁੰਦਾ, ਨਾ ਮੱਥਾ ਹੁੰਦਾ ਜੀ। ਤੇ ਉਹ ਤੋਂ ਕੀ ਸਿੱਖਿਆ ਲੈਣਗੇ ਜੀ ਲੋਕ? ਤਾਂ ਤੁਹਾਨੂੰ ਇਹ ਚੀਜ਼ਾਂ ਮਹਿਸੂਸ ਹੁੰਦੀਆਂ? ਤੁਹਾਨੂੰ ਲੱਗਦਾ ਕਿ ਜਿਵੇਂ ਦੇ ਗੀਤ ਆ ਰਹੇ ਹੈ, ਜਾਂ ਇੱਕ ਖੁੱਲ੍ਹ ਦੇਤੀ ਵੀ ਕੁਝ ਵੀ ਚਾੜ ਦਿਓ ਫੇਸਬੁੱਕ YouTube ਦੇ ਉੱਤੇ, ਤਾਂ ਉਹ ਚੀਜ਼ ਤੁਹਾਨੂੰ ਪ੍ਰੋਬਲਮ ਦਿੰਦੀ ਹੈ ਕਿ ਨਹੀਂ ਯਾਰ ਇਹ ਗਲਤ ਹੈ? ਹਾਂਜੀ, ਉਹ ਲੱਗਦਾ ਗਲਤ। ਤੁਸੀਂ ਅਸਲੇ ਤੇ ਵਿਖਾਈ ਜਾਂਦੇ ਚੱਕ ਕੇ ਕੋਈ ਗੀਤ, ਤੁਸੀਂ ਦਸਾਂ ਮਗਰ ਗੀਤ ਲਾ ਲਓ, ਨਵੇਂ ਗੀਤ ਦਸਾਂ ਮਗਰ 9 ਅਸਲੇ ਤੇ ਹੋਣਗੇ ਜੀ। ਉਹ ਸਿਖਾਤਾ, ਉਹਨੂੰ ਮਾਰੀ ਜਾਂਦਾ, ਉਦੋਂ ਅਗਲਾ ਰਿਜ਼ਲਟ ਕਿਉਂ ਨਹੀਂ ਵਿਖਾਉਂਦੇ ਫਿਰ ਜੀ? ਮੈਂ ਤੇ ਦੇਖਿਆ, ਮੇਰੀ 42-43 ਸਾਲ ਉਮਰ ਹੋ ਗਈ, ਮੈਂ ਤੇ ਜਿਹਨੇ ਕਿਸੇ ਦਾ ਗੜਾਸਾ ਮਾਰਿਆ ਉਹ ਵੀ ਮੈਂ ਪਰਚੇ 'ਚ ਅੰਦਰ ਵੇਖਿਆ ਜੀ। ਉਹ ਬੰਦੂਕਾਂ ਬੰਬ ਲੈ ਕੇ ਗ੍ਰਨੇਡ ਚੱਕ ਕੇ ਗਾਣੇ 'ਚ ਵਿਖਾਈ ਜਾਂਦੇ, ਉਹਨਾਂ ਨੂੰ ਹੁੰਦਾ ਕੁਛ ਨਹੀਂ। ਉਹਦਾ ਰਿਜ਼ਲਟ ਵੀ ਵਿਖਾਉਣਾ ਵੀ ਆਹ ਚੱਕੋ ਜੀ, ਆਹ ਮਾਰੇ ਪਏ ਆ। ਇਹ ਵੀ ਬੰਦੇ ਮਾਰੇ ਜਿਨ੍ਹਾਂ ਨੇ ਮਾਰੇ ਹੈਗੇ ਆ। ਉਹ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਇਹ ਤਾਂ ਫਿਰ ਜਵਾਕ ਨੂੰ ਜਿਹੜੀ ਚੀਜ਼ ਤੁਸੀਂ ਵਿਖਾਈ ਜੀ, ਤੁਸੀਂ ਮੰਨ ਲਓ ਘਰੇ ਜੀ ਗੁਰੂ ਗੋਬਿੰਦ ਸਿੰਘ ਦੀ ਫੋਟੋ ਲਾਈਏ, ਤੁਹਾਡੇ ਬੱਚੇ ਨੂੰ ਤੁਸੀਂ ਦੱਸੋ ਨਾ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਹੈਗੇ ਆ। ਤੁਸੀਂ 10-15 ਸਾਲਾਂ ਬਾਅਦ ਉਹਨੂੰ ਬਾਹਰ ਕੱਢ ਦਿਓ ਜੀ। ਉਦੋਂ ਬਾਅਦ ਬੱਚੇ ਨੂੰ ਕੋਈ ਦੱਸੇ ਜੀ ਮਤਲਬ ਗੁਰੂ ਗੋਬਿੰਦ ਸਿੰਘ ਤੂੰ ਦੇਖਿਆ ਕਿ ਨਹੀਂ ਦੇਖਿਆ, ਕੌਣ ਆ, ਉਹ ਕੁਝ ਨਹੀਂ ਦੱਸ ਸਕਦਾ। ਜੇ ਉਹਨੂੰ ਕੋਈ ਬੰਦਾ ਤੁਸੀਂ ਘਰੋਂ ਦੱਸੋਗੇ ਆ ਗੁਰੂ ਗੋਬਿੰਦ ਸਿੰਘ ਹੈਗਾ, ਫਿਰ ਹੀ ਉਹਨੂੰ ਪਤਾ ਲੱਗੂਗਾ ਜੀ। ਨਹੀਂ ਤਾਂ ਉਹਦੇ ਲਈ ਤਾਂ ਇੱਕ ਫੋਟੋ ਹੈ ਜੀ। ਤੁਸੀਂ ਜਿਹੜਾ ਉਹਦਾ ਇੱਕ ਪੱਖ ਤਾਂ ਦਿਖਾਤਾ ਜੀ, ਉਹਨੂੰ ਮਾਰਤਾ ਜੀ, ਉਹਨੂੰ ਫਲਾਨਾ ਕਰਤਾ, ਫਿਰ ਉਹ ਬੰਦੇ ਦਾ ਰਿਜ਼ਲਟ ਵਿਖਾਉਣਾ। ਉਹ ਬੰਦਾ ਰੱਬ ਤਾਂ ਨਹੀਂ ਸੀ, ਉਹ ਬਚ ਗਿਆ। ਉਹਨੇ 20 ਬੰਦੇ ਮਾਰੇ, 50 ਮਾਰਦੇ, ਬੰਬ ਸਿੱਟਦਾ, ਫਿਰ ਉਹ ਕਿੱਥੇ ਗਿਆ? ਉਹ ਨਹੀਂ ਨਾ, ਉਹ ਫਿਰ ਉਵੇਂ ਸ਼ਹਿ ਮਿਲਦੀ। ਅਗਲਾ ਕਹਿੰਦਾ ਦੂਜਾ ਪੱਖ ਤਾਂ ਦੇਖਦਾ ਹੀ ਨਹੀਂਗਾ, ਉਹ ਕਹਿੰਦਾ ਵੀ ਐਂ ਬੰਦੇ ਮਾਰ ਦੋ ਜੀ ਤੁਸੀਂ। ਉਹ ਤਾਂ ਇਹ ਕਹਿੰਦੇ ਕਿ ਸਿਰਫ ਐਂਟਰਟੇਨਮੈਂਟ ਹੈ, ਇਹਨੂੰ ਬਹੁਤਾ ਸੀਰੀਅਸ ਨਾ ਲਓ। ਫਿਲਮਾਂ 'ਚ ਵੀ ਤਾਂ ਹੁੰਦਾ ਹੈ, ਐਕਟਰ ਕਿੰਨੇ ਬੰਦੇ ਮਾਰ ਦਿੰਦਾ, ਉਹਨੂੰ ਆਪ ਨੂੰ ਗੋਲੀ ਨਹੀਂ ਵੱਜਦੀ। ਉਹ ਕਹਿੰਦੇ ਉੱਥੇ ਵੀ ਤਾਂ ਇਹ ਕੁਝ ਹੋ ਰਿਹਾ ਨਹੀਂ ਨਾ। ਫਿਰ ਉਹਨੂੰ ਦੇਖ ਕੇ, ਜਿਵੇਂ ਹੁਣ ਆਪਣੇ ਵੀ ਇਹ ਚੀਜ਼ ਚੱਲਦੀ, ਹੁਣ ਚੋਰੀਆਂ ਡਾਕੇ ਜਿਹੜੇ ਹੁੰਦੇ ਉਹ ਦੇਖ ਕੇ ਵੀ ਚੱਲਦੇ ਆ ਜੀ। ਫਿਰ ਉਹ ਵੀ ਚੀਜ਼ ਤਾਂ ਹੋਣੀ ਚਾਹੀਦੀ ਨਾ, ਖਤਮ ਹੋਣੀ ਚਾਹੀਦੀ। ਜੇ ਨਹੀਂ ਉਹ ਚੀਜ਼ ਕਹਿੰਦੇ, ਫਿਰ ਉਹਨੂੰ ਕਹਾਂ ਵੀ ਜੇ ਤੁਹਾਨੂੰ ਲੱਗਦਾ ਤੁਹਾਡੇ 'ਚ ਟੈਲੈਂਟ ਹੈਗਾ ਜੀ। ਮੈਂ ਅੱਜ ਤੱਕ ਜੀ ਕਹਾਣੀਆਂ ਲਿਖੀਆਂ 400-500 ਮੈਂ ਕਹਾਣੀ ਲਿਖ ਚੁੱਕਿਆ ਜੀ। ਮੇਰੀ ਬੁੱਕ ਪੜ੍ਹ ਲਓ, ਮੈਂ ਤੁਹਾਨੂੰ ਇੱਕ ਕਹਾਣੀ ਸੁਣਾਈ ਹੈ, ਮੈਂ ਬਾਕੀ ਵੀ ਸੁਣਾ ਸਕਦਾ। ਮੈਂ ਬੁੱਕ ਇਹਦੇ ਵਿੱਚ ਕਿਤੇ ਨਗੇ ਨਹੀਂ ਵਰਤਿਆ ਜੀ, ਕਿਤੇ ਮੈਂ ਅਸ਼ਲੀਲਤਾ ਨਹੀਂ ਵਰਤੀ। ਮੈਂ ਵੀ 400-500 ਕਹਾਣੀ ਲਿਖੀ ਹੈ ਜੀ। ਮੈਨੂੰ ਜੋ ਪੜ੍ਹਨ ਵਾਲੇ ਭਲਾ 4 ਪੜ੍ਹਦੇ ਜੀ ਮੈਨੂੰ, ਪਰ ਉਹਨਾਂ ਨੂੰ ਪਤਾ ਗੁਰਮੀਤ ਕੋਲ ਲਿਖਦਾ ਹੈਗਾ, ਅਸੀਂ ਪਰਿਵਾਰ 'ਚ ਬਹਿ ਕੇ ਪੜ੍ਹ ਸਕਦੇ ਹਾਂ ਜੀ। ਮੇਰੇ ਕੋਲ ਫੋਨ ਆਉਂਦੇ ਆ ਜੀ, ਮੇਰੇ ਕੋਲ ਪਰਿਵਾਰ ਦੇ ਫੋਨ ਆਉਂਦੇ ਆ, ਕੋਈ ਉਸ ਤਰ੍ਹਾਂ ਫੋਨ ਨਹੀਂ ਆਉਂਦੇ। ਮੈਂ ਵੀ ਤਾਂ ਲਿਖ ਹੀ ਰਿਹਾ। ਜੇ ਤੁਹਾਨੂੰ ਲੱਗਦਾ ਗੁਰਮੀਤ ਨੂੰ ਲੱਗਦਾ ਮੈਂ ਚੱਲਦਾ, ਮੇਰੀ ਕਿਤਾਬ ਵੇਖਦੀ ਹੈਗੀ, ਤੇ ਮੈਂ ਜਿਹੜੀ ਲਿਖੂੰਗਾ ਮੈਂ ਇਸੇ ਬੇਸ ਤੇ ਲਿਖੂੰਗਾ, ਤੇ ਮੈਂ ਦੂਜੇ ਪਾਸੇ ਕਿਉਂ ਜਾਵਾਂ ਜੀ? ਜੇ ਤੁਹਾਨੂੰ ਦਾਵਾ ਤੁਹਾਡੇ ਦੇ ਵਿੱਚ ਤੁਹਾਡਾ ਗਾਣਾ ਚੱਲਦਾ ਹੈਗਾ, ਜਾਂ ਤੁਸੀਂ ਕੋਈ ਫਿਲਮ ਚੱਲਦੀ ਹੈਗੀ, ਫਿਰ ਤੁਸੀਂ ਇਸ ਚੀਜ਼ ਨੂੰ ਹਟ ਕੇ ਦੂਜੇ ਪਾਸੇ ਬਣਾ ਕੇ ਵੇਖ ਲਓ, ਫਿਰ ਤੁਸੀਂ ਚੱਲੋਗੇ ਤਾਂ ਸਹੀ। ਨਸ਼ਾ ਵੀ ਉਵੇਂ ਪ੍ਰਮੋਟ ਕਰ ਰਹੇ, ਨਸ਼ਾ ਵੀ ਆਪਾਂ ਦੇਖਦੇ ਹਾਂ ਗਾਣੇ ਦੇ ਵਿੱਚ ਹੁੰਦਾ ਜੀ, ਫਿਲਮਾਂ 'ਚ ਵੀ ਹੁੰਦਾ ਜੀ। ਫਿਰ ਤੁਸੀਂ ਉਹ ਚੀਜ਼ ਜੋ ਮੰਨ ਲਓ ਤੁਹਾਡਾ ਨਾਮ ਜੀ ਮੱਕੜ ਚੱਲਦਾ ਜੀ, ਜਦੋਂ ਤੁਸੀਂ ਜ਼ਰੂਰੀ ਤਾਂ ਨਹੀਂ ਤੁਸੀਂ ਗੰਦੀਆਂ ਇੰਟਰਵਿਊ ਕਰਕੇ ਚਲਾਉਣਾ। ਜੇ ਫਿਰ ਸਾਫ਼ ਚੱਲ ਤੁਸੀਂ ਸਾਫ਼ ਤੇ ਚਲਾਓਗੇ ਤੁਸੀਂ। ਜ਼ਰੂਰੀ ਤਾਂ ਨਹੀਂ ਇਹ ਕੋਈ ਤੁਸੀਂ ਜੋ ਉਸ ਪਾਸੇ ਸੇਧ ਦੇਣੀ, ਲੋਕਾਂ ਨੂੰ ਗਲਤ ਪਾਸੇ ਲਾਉਣਾ ਹੈਗਾ, ਜਿਹਦੇ ਵਿੱਚ ਕੋਈ ਬੰਦਾ ਕਿਸੇ ਦਾ ਧੀ ਪੁੱਤ ਖਰਾਬ ਹੁੰਦਾ। ਚਿੱਟੇ ਨਾਲ ਕਿੰਨੇ ਲੋਕ ਮਰੇ ਆ ਜੀ। ਉਹ ਜਿਹਦੇ ਮਾਂ ਪਿਓ ਦਾ ਪੁੱਤ ਲਾਡਲਾ ਮਰਿਆ ਜੀ, ਉਹਨੂੰ ਪੁੱਛ। ਜਿਹਦਾ ਭਰਾ ਮੁੱਕ ਗਿਆ, ਕੁੜੀ ਨੇ ਭੈਣ ਨੇ ਜਿਹੜੀ ਰੱਖੜੀ ਬੰਨ੍ਹਣੀ ਸੀ, ਉਹ ਭਰਾ ਹੈ ਨਹੀਂ। ਦੂਜਾ ਸਕਾ ਤਾਂ ਆਪਦਾ ਹੀ ਭੈਣ ਭਰਾ ਅੱਜ ਕੱਲ੍ਹ ਨਹੀਂ ਬਣਦਾ ਕਲਯੁੱਗ ਦੇ ਵਿੱਚ। ਬਗਾਨੇ ਨੂੰ ਤਾਂ ਰੱਖੜੀ ਬੰਨ੍ਹਣੀ ਬਹੁਤ ਵੱਡੀ ਗੱਲ ਰਹਿ ਗਈ। ਤੁਹਾਡੇ ਇਲਾਕੇ 'ਚ ਹੈਗਾ ਨਸ਼ਾ ਇਸ ਏਰੀਏ 'ਚ? ਇਹ ਹਰੇਕ ਥਾਂ ਹੀ ਹੈ, ਕਿਹੜੇ 'ਚ ਹੈ ਨਹੀਂ ਜੀ, ਸਾਰਿਆਂ 'ਚ ਹੀ ਹੈ। ਤੁਸੀਂ ਇਹ ਦੇਖੀਆਂ, ਤੁਸੀਂ ਮੁੰਡੇ, ਉਹ ਜਿਹੜੇ ਹਾਲਾਤ ਅਕਸਰ ਉਹ ਜਿਹੜੀਆਂ ਡਾਕੂਮੈਂਟਰੀਆਂ ਜਾਂ ਫਿਲਮਾਂ ਬਣਦੀਆਂ ਜਿਹਦੇ ਦਿਖਾਉਂਦੇ ਆ
ਕਿ ਅੰਤ ਕੀ ਹੈ, ਹਾਂ ਹਾਂ ਉਸੇ ਤਰ੍ਹਾਂ ਦਾ ਅੰਤ ਹੈਗਾ ਔਰ ਉਹਦਾ ਕਦੇ ਰਿਜ਼ਲਟ ਨਹੀਂ ਦਿੱਤਾ। ਤੁਸੀਂ ਕਹਿ ਰਹੇ ਹੋ ਕਿ ਤੁਸੀਂ ਰਿਜ਼ਲਟ ਅਖੀਰ ਦੱਸਦੇ ਹੋ ਵੀ ਅਖੀਰ ਤੁਹਾਡੀ ਕਹਾਣੀ ਦੇ ਅੰਤ ਦੇ ਵਿੱਚ ਇਹ ਰਿਜ਼ਲਟ ਦਿੱਤਾ ਜਾਂਦਾ ਹੈ। ਦਿੱਤਾ ਜਾਂਦਾ ਜੀ। ਮੈਂ ਤੁਹਾਨੂੰ ਦੱਸਤਾ ਜੀ, ਜਿਵੇਂ ਕਹਾਣੀ ਵਿਖਾਈ ਉਹ ਬੀਜਣ ਤੋਂ ਲੈ ਕੇ ਨਰਮੇ ਤੱਕ ਉਹਨੂੰ ਦੇਤਾ ਵੀ ਤੂੰ ਪੈਸੇ ਲਗਿਆ ਸੀ, ਵਿਆਜ ਕੱਟ ਕੇ ਉਹਦਾ ਦੇਤਾ। ਉਹਦੇ ਹੱਥ 'ਚ ਉਹਨੇ 3 ਲੱਖ ਦੀ ਫਸਲ ਵੇਚੀ, 25,000 ਫੜਾਤਾ ਜੀ। ਉਹਦਾ ਰਿਜ਼ਲਟ ਕੀ ਹੋ ਗਿਆ? ਤੇਰੇ ਪੈਸੇ ਆਏ ਆ, ਤੂੰ ਲਗਿਆ, ਤੇਰਾ ਵਿਆਜ ਲਾ ਕੇ 25,000 ਦੇਤਾ ਨਾ ਜੀ, ਰਿਜ਼ਲਟ ਹੋ ਗਿਆ ਨਾ ਵੀ ਉਹਦਾ ਬਾਈ ਤੂੰ ਉਹਦੇ ਵਿੱਚ ਉਹ ਵੀ ਸਾਫ਼ ਹੈ ਵੀ ਭਾਈ ਤੂੰ ਸਮਾਨ ਲਗਿਆ ਸੀ, ਉਹ ਤਾਂ ਤੇਰਾ ਲੱਗ ਕੇ ਪੈਸੇ ਕੱਟ ਕੇ ਬਾਕੀ ਤੈਨੂੰ ਦੇਤੇ। ਇਸ ਤਰ੍ਹਾਂ ਜੇ ਤੁਸੀਂ ਕੋਈ ਕੀਤਾ ਹੈਗਾ, ਜੇ ਤੁਸੀਂ ਨਸ਼ਾ ਕੀਤਾ ਹੈਗਾ, ਉਹਦਾ ਐਂਡ ਵੀ ਤਾਂ ਵਿਖਾਉਣਾ ਵੀ ਨਸ਼ਾ ਕਰਕੇ ਬੰਦਾ ਹੋਇਆ ਕਿੱਥੇ ਹੈ, ਕੀ ਉਹ ਕੀ ਕੀਤਾ ਉਹਨੇ। ਵੱਧ ਤੋਂ ਵੱਧ ਪੀ ਕੇ ਪਿਆ ਹੀ ਹੋਣਾ, ਕਿਤੇ ਮਾਂ ਪਿਓ ਨੂੰ ਗਾਲਾਂ ਕੱਢੀਆਂ ਉਹਨੇ, ਸਮਾਨ ਵੇਚਿਆ ਹੋਣਾ ਜੀ। ਇਦੋਂ ਉੱਤੇ ਤਾਂ ਕਿਸੇ ਨੇ ਕੀਤਾ ਨਹੀਂ, ਇਹ ਤਾਂ ਹੈ ਨਹੀਂ ਕੋਈ ਨਸ਼ਾ ਕਰਕੇ ਮਾਊਂਟ ਐਵਰੈਸਟ ਤੇ ਚੜਿਆ ਹੋਣਾ। ਮੈਨੂੰ ਲੱਗਦਾ ਕਿ ਤੁਸੀਂ ਨਿੱਜੀ ਤੌਰ ਤੇ ਵੀ ਗੱਲ ਕਰ ਰਹੇ ਸੀਗੇ ਹਾਂਜੀ ਹਾਂਜੀ ਕਿ ਨੇੜਿਓਂ ਪਰਿਵਾਰ 'ਚ ਵੀ ਦੇਖੀਆਂ ਚੀਜ਼ਾਂ ਕਿ ਬਹੁਤ ਸੰਤਾਪ ਇਹ ਝੱਲਣਾ ਪੈਂਦਾ। ਹਾਂਜੀ ਹਾਂਜੀ, ਮੇਰੇ ਫਾਦਰ ਸਾਹਿਬ ਮਤਲਬ ਸ਼ਰਾਬ ਪੀਂਦੇ, ਸਾਡੇ ਪਿੰਡ ਦੇ ਵਿੱਚ ਚੱਲਦੀ ਹੈ ਜੀ, ਕੋਈ ਇਹ 'ਚ ਕੋਈ ਮਾੜਾ ਮਤਲਬ ਮੈਂ ਕੋਈ ਮਤਲਬ ਕਵਾਂ ਨਹੀਂ ਚੱਲਦੀ ਹੈ, ਸਾਰੇ ਪਿੰਡਾਂ 'ਚ ਚੱਲਦੀ ਸ਼ਰਾਬ ਜੀ। ਉਹਦੇ ਮਾਂ ਪਿਓ ਨੂੰ ਜਿਹਨੇ ਨੇ ਪੀ ਕੇ ਪੈ ਗਿਆ ਉਹਨੂੰ ਨਹੀਂ ਪਤਾ, ਪਰ ਉਹਦੇ ਜਵਾਕਾਂ ਦਾ ਥੋੜੀ ਪਤਾ ਹੁੰਦਾ ਜੀ। ਅਸਰ ਹੁੰਦਾ ਪੂਰਾ ਹੁੰਦਾ ਜੀ ਉਹਦੇ ਵਿੱਚ। ਇਹ ਅਸਰ ਹੈਗਾ ਜੀ, ਮੈਂ ਅੱਜ ਤੱਕ ਕਿਸੇ ਨਸ਼ੇ ਨੂੰ ਹੱਥ ਨਹੀਂ ਲਾਇਆ, ਇਹ ਵੀ ਮੇਰੇ ਲਈ ਚੰਗਾ ਕੰਮ ਹੋ ਗਿਆ। ਹੋ ਸਕਦਾ ਮੇਰੇ ਫਾਦਰ ਸਾਹਿਬ ਜਾਂ ਸਾਡੇ ਆਂਢ ਗੁਆਂਢ 'ਚ ਨਾ ਕੋਈ ਪੀਂਦਾ ਹੁੰਦਾ ਤਾਂ ਮੈਂ ਪੀਣ ਲੱਗ ਪੈਂਦਾ ਜੀ, ਮੈਂ ਕੋਈ ਨਸ਼ਾ ਕਰਨ ਲੱਗ ਪੈਂਦਾ। ਅੱਜ ਮੈਂ ਜਿਹੜਾ ਹੈਗਾ, ਮੈਂ ਮੇਰੇ ਦੋਸਤ ਵੀ ਉਹੋ ਜਿਹੇ ਜਿਹੜੇ ਮੈਂ ਮਤਲਬ ਨਾ ਕੋਈ ਖਾਂਦੇ ਪੀਂਦੇ ਨਸ਼ਾ ਨਹੀਂ ਕਰਦਾ, ਮੈਂ ਵੀ ਨਹੀਂ ਕਰਦਾ ਜੀ। ਅਤੇ ਮੈਂ ਵੀ ਜ਼ਿੰਦਗੀ ਜਿਉਂ ਰਿਹਾ ਹੈਗਾ ਜੀ। ਮੈਂ ਕਿਉਂ ਕਹਾਂ ਜੀ ਚੱਟਾ ਪੀ ਕੇ ਜ਼ਿੰਦਗੀ ਜਿਉਂ ਜਾਂਦੀ, ਸ਼ਰਾਬ ਪੀ ਕੇ ਜਿਉਂ ਜਾਂਦੀ ਹੈ। ਪਰ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਸਮਾਜ ਦੇ ਵਿੱਚ ਐਟੀਟਿਊਡ ਵੀ ਬਣ ਗਿਆ ਸਾਡਾ ਕਿ ਅਸੀਂ ਆਪਦਾ ਲਾਈਫ ਸਟਾਈਲ ਉਹੋ ਜਿਹਾ ਬਣਾ ਲਿਆ ਸਿਰਫ ਦਿਖਾਵੇ ਵਾਸਤੇ, ਕਿ ਚਾਹੇ ਚੀਜ਼ਾਂ ਮਹਿੰਗੀਆਂ, ਗੱਡੀਆਂ ਦਾ ਸ਼ੌਂਕ ਹੋ ਗਿਆ, ਮੋਬਾਈਲਾਂ ਦਾ ਮਹਿੰਗਿਆਂ ਦਾ ਸ਼ੌਂਕ ਹੋ ਗਿਆ, ਮਹਿੰਗੇ ਕੱਪੜੇ ਪਾਉਣ ਤੇ ਦਿਖਾਉਂਦਾ। ਆਪਣੇ ਇੱਧਰਲੇ ਇਲਾਕੇ ਤਾਂ ਵੈਸੇ ਵੀ ਹੈ ਕਿ ਮੁੰਡਾ ਚੰਡੀਗੜ੍ਹ ਬਹੁਤ ਛੇਤੀ ਭੱਜਦਾ ਹੈ, ਤਾਂ ਉਹ ਸ਼ਰਾਬ ਤੇ ਨਸ਼ਾ ਵੀ ਉਸ ਐਟੀਟਿਊਡ ਦੇ ਵਿੱਚ ਕਿ ਮੈਂ ਦਿਖਾਵੇ ਵਾਲੀ ਜ਼ਿੰਦਗੀ ਤੋਂ ਸ਼ੁਰੂ ਹੁੰਦਾ। ਨਹੀਂ ਹੁੰਦਾ ਹੋਊਗਾ, ਪਰ ਉਹ ਰਿਜ਼ਲਟ ਤਾਂ ਮੰਨ ਲਓ ਉਹ ਰਿਜ਼ਲਟ ਤਾਂ ਕਿਤੇ ਨਾ ਕਿਤੇ ਉਹਨੂੰ ਪਤਾ ਲੱਗੂਗਾ ਨਾ ਜੀ। ਰਿਜ਼ਲਟ ਜੇ ਮੈਂ ਕਰੀ ਜਾਣਾ ਨਸ਼ਾ ਤਾਂ ਮੈਨੂੰ ਵੀ ਤਾਂ ਪਤਾ ਹੈਗਾ ਨਾ ਜੀ ਵੀ ਮੈਂ ਉਹਦਾ ਰਿਜ਼ਲਟ ਮੇਰਾ ਕੀ ਹੈ ਜੀ। ਉਹ ਤਾਂ ਜੇ ਹੁਣ ਜੇ ਦੇਖੋ ਜੀ, ਗੁਰਮੀਤ ਕਿਹੋ ਜਿਹਾ ਬੰਦਾ ਜੀ, ਮਤਲਬ ਚੰਗਾ ਮਾੜਾ ਮੇਰੇ ਨਾਲੋਂ ਜ਼ਿਆਦਾ ਮੈਨੂੰ ਕੌਣ ਜਾਣਦਾ ਜੀ। ਪਹਿਲੇ ਨੰਬਰ ਤੇ ਪਰਮਾਤਮਾ, ਦੂਜੇ ਤੇ ਮੇਰੇ ਨਾਲੋਂ ਮੈਨੂੰ ਕੌਣ ਜ਼ਿਆਦਾ ਜਾਣਦਾ, ਮੈਂ ਚੰਗਾ ਕਿ ਮਾੜਾ, ਮੈਂ ਜਿਹੜਾ ਕੰਮ ਕਰ ਰਿਹਾ ਚੰਗਾ ਕਿ ਮਾੜਾ ਹੈਗਾ। ਦੂਜਾ ਕੋਈ ਐਗਜ਼ਾਮਪਲਾਂ ਦੇਈ ਜਾਵੇ, ਦੇਈ ਚੱਲੇ, ਕੋਈ ਮਤਲਬ ਨਹੀਂ, ਪਰ ਮੇਰੇ ਨਾਲ ਜ਼ਿਆਦਾ ਮੈਨੂੰ ਨਹੀਂ ਕੋਈ ਜਾਣਦਾ। ਹੁਣ ਤੁਸੀਂ 14-15 ਦੋਸਤ ਲਾ ਲਓ, 14-15 ਦੋਸਤ ਮੰਨ ਲਓ ਮੇਰੇ ਨਾਲ ਕੋਈ 14 ਜਣੇ ਹੋ ਰਹੇ, ਅਸੀਂ ਕਿਤੇ ਨਾਈਟ ਨੂੰ ਪਾਰਟੀ ਤੇ ਬੈਠੇ, ਉਹ ਸਾਰੇ ਖਾਈ ਪੀ ਜਾਂਦੇ, ਕੋਈ ਅੱਡੋ ਅੱਡ ਤਰ੍ਹਾਂ ਦਾ ਨਸ਼ਾ ਕਰੀ ਜਾਂਦੇ, ਕੁਛ ਵੀ ਮਤਲਬ ਕਰ ਰਿਹਾ। ਮੈਂ ਇਕੱਲਾ ਕੋਕ ਪੀ ਰਿਹਾ ਹੈਗਾ ਤੇ ਮੈਂ ਸਲਾਦ ਖਾ ਰਿਹਾ। ਉਹਨਾਂ ਦੇ ਵਿੱਚ ਜੇ ਆਪਾਂ ਵੋਟ ਪਵਾਈਏ ਤੇ ਗੁਰਮੀਤ ਇਕੱਲਾ ਗਲਤ ਹੋਊਗਾ, ਕਿਉਂਕਿ 14 ਖਾ ਪੀ ਰਹੇ ਆ, ਗੁਰਮੀਤ ਨਹੀਂ ਖਾ, ਮੈਂ ਗਲਤ ਹੈਗਾ। ਪਰ ਮੈਨੂੰ ਪਤਾ ਮੈਂ ਸਹੀ ਹਾਂ, ਇਹ 14 ਗਲਤ ਹੈ। ਉਹਨਾਂ ਦਾ ਆਪਦੇ ਉਸ ਤੇ ਦ੍ਰਿੜ ਵੀ ਰਹਿਣਾ ਚਾਹੀਦਾ ਹੈ ਕਿ ਜੋ ਸਟੈਂਡ ਲੈ ਲਿਆ ਉਸ ਤੇ ਖੜੇ ਆ। ਜੇ 14 ਪੀ ਜਾਂਦੇ ਮੈਂ ਨਹੀਂ ਪੀਂਦਾ, ਮੈਨੂੰ ਧੱਕੇ ਨਾਲ ਤਾਂ ਕੋਈ ਵੀ ਨਹੀਂ ਪਿਆ। ਪੀਅਰ ਪ੍ਰੈਸ਼ਰ ਹੋ ਜਾਂਦਾ ਨਾ, ਉਹ ਬੜਾ ਉਦੋਂ ਤੁਹਾਨੂੰ ਕਹਿੰਦੇ ਕਿ ਜਾ ਯਾਰ ਬੰਦਿਆਂ ਵਾਲੇ ਕੰਮ ਕਰਿਆ ਕਰ, ਤੂੰ ਮਰਦਾਂ 'ਚ ਬੈਠਾ ਹੈ, ਮਰਦਾਂ ਵਾਲੇ, ਉਹ ਇੱਕ ਪੀਅਰ ਪ੍ਰੈਸ਼ਰ ਪਾ ਕੇ ਉਹ ਮਰਦਾਨਗੀ ਤੇ ਲੈ ਆਉਂਦੇ ਗੱਲ। ਹਾਂ ਜੀ, ਉਹ ਲੈ ਆਉਣੋ, ਫਿਰ ਤੁਹਾਡੇ ਤੇ ਡਿਪੈਂਡ ਹੈਗਾ ਤੁਹਾਨੂੰ ਕੀ ਚੰਗਾ ਕੀ ਨਹੀਂ। ਹੁਣ ਤੁਸੀਂ ਸ਼ਰਾਬਾਂ ਪੀ ਕੇ ਆਪਦੀ ਧੀ ਕੋਲੇ ਜਾਓਗੇ, ਕੀ ਉਹ ਚੰਗਾ ਲੱਗਦਾ? ਜੇ ਤੁਸੀਂ ਸ਼ਰਾਬ ਪੀਤੀ ਤੁਸੀਂ ਗਾਲਾਂ ਵੀ ਕੱਢੋਗੇ, ਪੇਂਡੂਆਂ ਸਾਡੇ ਤਾਂ ਸ਼ੁਰੂ ਗੱਲ ਵੀ ਗਾਲ ਤੋਂ ਹੁੰਦੀ ਹੈ ਜੀ, ਫਿਰ ਉਹ ਚੰਗਾ ਨਹੀਂ ਲੱਗਦਾ। ਜੇ ਤੁਹਾਡੇ ਘਰੇ ਧੀ ਹੈ, ਮੈਂ ਨਹੀਂ ਚਾਹੁੰਦਾ ਵੀ ਇਹ ਜਿਹਾ ਕੁਛ ਹੋਣਾ ਚਾਹੀਦਾ। ਨਸ਼ਾ ਧੀ ਵਾਲੇ ਬੰਦੇ ਨੂੰ ਨਹੀਂ ਕਰਨਾ ਚਾਹੀਦਾ। ਜੇ ਕੋਈ ਬੰਦਾ ਟੀਚਿੰਗ ਲਾਈਨ ਦੇ ਵਿੱਚ, ਮੈਂ ਨਹੀਂ ਚਾਹੁੰਦਾ ਉਹ ਕਿਸੇ ਲਈ, ਜੇ ਤੁਸੀਂ ਮੰਨਦੇ, ਮੈਂ ਤੇ ਭਗਤ ਸਿੰਘ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਫੈਨ ਹਾਂ। ਮੈਂ ਧੀ ਧਰਤੀ ਤੇ ਧਾਰਮਿਕ ਜਗ੍ਹਾ ਦੀ ਬਹੁਤ ਇੱਜ਼ਤ ਕਰਦਾ ਹਾਂ। ਸੋ ਮੈਨੂੰ ਇਹ ਚੀਜ਼ ਲੱਗਦੀ ਹੈਗੀ ਜੋ ਮੇਰਾ ਧੀ ਧਰਤੀ ਤੇ ਧਾਰਮਿਕ ਥਾਂ, ਮੈਂ ਤਿੰਨਾਂ ਦੀ ਬਹੁਤ ਇੱਜ਼ਤ ਕਰਦਾ, ਮੈਂ ਦਿਲ ਤੋਂ ਕਰਦਾ ਜੀ। ਉਹ ਨਹੀਂ ਮਤਲਬ ਜਿਵੇਂ ਕਹਿੰਦੇ ਹਮਨੇ ਤੋਂ ਤੇਰਾ ਦਰ ਸਮਝ ਕਰ ਸਰ ਝੁਕਾ ਦਈਏ, ਵੱਲਾ ਜਾਣੇ ਕਾਬਾ ਥਾ ਜਾਂ ਬੁੱਤ ਖਾਨਾ ਤਾਂ। ਮੇਰਾ ਜਿੱਥੇ ਦਿਲ ਮੰਨਦਾ ਮੈਂ ਉਹ ਕੰਮ ਕਰਦਾ, ਜਿੱਥੇ ਮੇਰਾ ਦਿਲ ਨਹੀਂ ਮੰਨਦਾ ਮੈਂ ਨਹੀਂ ਕੰਮ ਕਰਦਾ। ਬਹੁਤ ਖੂਬ ਗੱਲ ਹੈ, ਬਹੁਤ ਖੂਬਸੂਰਤ ਗੱਲਾਂ ਕਰ ਰਹੇ ਹੋ। ਫਿਲਮਾਂ ਵੀ ਲਿਖੀਆਂ? ਫਿਲਮਾਂ ਨਾ ਮੇਰੇ ਕੋਲ ਵੱਡੀਆਂ ਸਟੋਰੀਆਂ 3 ਫਿਲਮਾਂ ਦੀਆਂ ਪਈਆਂ ਜੀ, ਤੇ ਉਹਦੇ ਵਿੱਚ ਜੇ ਉਹਦਾ ਕਰੈਕਟਰ ਹੈ ਜੋ ਉਹਦੇ 'ਚ ਵਨ ਐਂਡ ਓਨਲੀ ਜਿੰਮੀ ਸ਼ੇਰਗਿੱਲ ਹੈ ਵੀ ਜਿਹੜਾ ਉਹਦੇ ਲਈ ਮੇਰੇ ਮਤਲਬ ਹਾਂ ਸਿਰਫ ਉਹੀ ਫਿੱਟ ਪੈਂਦਾ ਜੀ। ਤੇ ਉਹ ਫਿਲਮਾਂ ਮਤਲਬ ਮੇਰੀ ਫਿਲਮ ਕੋਈ ਵੀ ਮੈਸੇਜ ਛੱਡ ਕੇ ਜਾਊਗੀ, ਉਹ ਚੰਨ ਤਾਰਿਆਂ ਦੀਆਂ, ਆਕਾਸ਼ ਦੀ, ਉਹ ਗੱਲਾਂ ਨਹੀਂ ਹੋਣਗੀਆਂ। ਕਿਸ ਵਿਸ਼ੇ ਤੇ ਤੁਸੀਂ? ਉਹਦੇ ਵਿੱਚ ਦਾਜ ਤੇ ਹੈ, ਦਾਜ ਤੇ ਕਿਸਾਨ ਤੇ ਜੀ, ਨਸ਼ੇ ਤੇ। ਉਹ ਫਿਲਮ ਹੈਗੀ ਹੈ ਮੇਰੀ। ਮਤਲਬ ਤੁਸੀਂ ਉਹ ਜਿਹੜਾ ਹੁੰਦਾ ਕਿ ਮੈਲੋਡਰਾਮੈਟਿਕ ਸਿਨੇਮਾ ਹੁੰਦਾ ਜਿਹਦੇ 'ਚ ਬਹੁਤ ਓਵਰ ਇਮੋਸ਼ਨ ਦਿਖਾਏ ਜਾਂਦੇ ਆ, ਆਸ਼ਕੀ ਵੀ, ਚੰਨ ਤਾਰੇ ਤੋੜਨ ਵਾਲੀਆਂ ਗੱਲਾਂ ਕੀਤੀਆਂ, ਤੁਸੀਂ ਉਸ ਵੱਲ ਨਹੀਂ ਜਾਂਦੇ? ਨਹੀਂ ਜੀ, ਤੁਹਾਨੂੰ ਮੈਂ ਇੱਕ ਕਹਾਣੀ ਸੁਣਾਈ, ਉਹਦੇ ਵਿੱਚ ਮੈਂ ਕੁਝ ਨਹੀਂ ਪਾਇਆ, ਪਰ ਤੁਹਾਨੂੰ ਉਹਨੇ ਇਫੈਕਟ ਕੀਤਾ ਕਿ ਨਹੀਂ ਕੀਤਾ ਤੁਸੀਂ ਬਸ ਫਿਰ ਮੇਰੀ ਫਿਲਮ ਵੀ ਉਸੇ ਤਰ੍ਹਾਂ ਦੀਆਂ ਹੈਗੀਆਂ ਮੇਰੇ ਕੋਲ। ਮੈਨੂੰ ਇਹ ਖੂਬਸੂਰਤੀ ਲੱਗੀ ਤੁਹਾਡੀ ਕਹਾਣੀ ਦੀ ਕਿ ਬਹੁਤ ਸਾਰੇ ਲੋਕਾਂ ਨੇ ਪਹਿਲਾਂ ਵੀ ਇਸ ਵਿਸ਼ੇ ਤੇ ਕਹਾਣੀਆਂ ਲਿਖੀਆਂ, ਪਰ ਜਿਵੇਂ ਤੁਸੀਂ ਨਰਮੇ ਨੂੰ ਧੀ ਦੇ ਨਾਲ ਕੰਪੇਅਰ ਕਰਦੇ ਹੋ ਕਿ ਉਹ
ਧੀ ਦਾ ਮੰਗਣਾ ਕੀਤਾ, ਨਰਮਾ ਬੀਜਿਆ, ਉਹ ਚਿੱਟਾ ਹੋ ਰਿਹਾ, ਵੱਧ ਰਿਹਾ, ਉਹ ਵੀ ਤਾਂ ਉਹ ਚੀਜ਼ ਇਮੋਸ਼ਨਸ ਨੇ, ਉਹ ਮੈਨੂੰ ਲੱਗਦਾ ਹੈ ਕਿ ਉਹ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਅੰਤ ਐਂਡ ਤੇ ਰਿਜ਼ਲਟ ਦੇਣ ਵਾਲੀ ਗੱਲ ਹੈ, ਉਹ ਘੱਟ ਲੋਕ ਦਿੰਦੇ ਆ। ਹਾਂਜੀ ਹਾਂਜੀ, ਉਹ ਮੇਰੀਆਂ ਸਾਰੀਆਂ ਕਹਾਣੀਆਂ ਇਸੇ ਤਰ੍ਹਾਂ, ਫਿਲਮਾਂ ਇਸੇ ਤਰ੍ਹਾਂ। ਮੈਂ ਕੋਈ ਮਾਰ ਦੌੜ ਮੈਨੂੰ ਨਹੀਂ ਪਸੰਦ ਜੀ। ਮੈਂ ਮਤਲਬ ਜੀ ਆਪਣੇ ਆਪ 'ਚ ਮਸਤ ਰਹਿਣਾ ਚਾਹੁੰਦਾ ਜੀ। ਮੈਂ ਇਕੱਲਾ ਤੇ ਮੈਂ ਰੱਬ ਨਾਲ ਜੁੜਿਆ ਜੀ। ਮੈਂ ਕੁਛ ਮਰਜ਼ੀ ਲਿਖ ਸਕਦਾ ਉਸ ਟਾਈਮ ਤੇ ਬੈਠਾ। ਮੈਂ ਕਿਸੇ ਦੇ ਕੰਮ 'ਚ ਲੱਤ ਡਾਉਣੀ ਪਸੰਦ ਨਹੀਂ ਕਰਦਾ। ਕੋਈ ਮੇਰੇ 'ਚ ਡਾਵੇ ਉਹ ਮੈਨੂੰ ਬਰਦਾਸ਼ਤ ਨਹੀਂ ਹੁੰਦੀ। ਤੇ ਮਤਲਬ ਮੈਂ ਆਪਦੇ ਕੋਈ ਹੋਰ ਵਿਸ਼ੇ ਤੇ ਜੋ ਤੁਸੀਂ ਥੋੜਾ ਆਪਣੇ ਬਾਰੇ ਥੋੜਾ ਮੈਂ ਚਾਹੁੰਦਾ ਕਿ ਹੋਰ ਦਰਸ਼ਕਾਂ ਦੇ ਨਾਲ ਤੁਸੀਂ ਸਾਂਝਾ ਕਰੋ। ਇੱਕ ਹੋਰ ਕਿਤਾਬ ਆ ਤੁਹਾਡੇ ਹੱਥ 'ਚ, ਹੈ ਨੋਵਲ ਹੈ? ਹਾਂਜੀ ਹਾਂਜੀ, ਨਾਵਲ ਵੇ ਘੱਤ ਖਾਸੋਂ। ਹਾਂ, ਇਹ ਮੈਂ 7 ਪਾਰਟ ਲਿਖੇ ਸੀਗੇ ਜੀ। ਇਹਦੇ ਪਹਿਲਾਂ 2 ਤੇ ਪਬਲਿਸ਼ ਹੋ ਗਏ, ਤੀਜੇ ਦਾ ਨਾਂ ਇਹਦਾ ਖੈਰ ਸੱਲਾ ਜੀ। ਇਹਦੇ ਵਿੱਚ ਗੱਲ ਕੀਤੀ ਹੈ ਮੈਂ ਪੇਂਡੂ ਪਿਛੋਕੜ ਦੀ। ਜਿਵੇਂ ਸਾਡੇ ਇਹ 'ਚ 3 ਪੀੜ੍ਹੀਆਂ ਦੀ ਗੱਲ ਕੀਤੀ ਹੈਗੀ ਜੀ। ਦਾਦੇ ਪੜਦਾਦੇ ਸਾਡੇ ਜਿਵੇਂ ਆ ਗਏ, ਜਿਵੇਂ ਉਹ ਪਹਿਲਾਂ ਹੁਣ ਸਾਡੇ ਮੰਨ ਲਓ ਜਦੋਂ ਕੋਈ ਦਾ ਵਿਆਹ ਰੱਖਦੇ ਸੀ, ਦਰਖਤ ਵੱਢ ਲਿਆਉਂਦੇ ਸੀ, ਦਰਖਤ ਵੱਢ ਕੇ ਟਾਹਲੀ ਜਾਂ ਕਿੱਕਰ ਸੀ ਉਹ ਮਤਲਬ ਛੱਪੜ 'ਚ ਛੱਡ ਦਿੰਦੇ ਸੀਗੇ। ਉਦੋਂ ਮੁੜ ਕੇ ਜਦੋਂ 5-6 ਮਹੀਨੇ ਵਿਆਹ ਹੁੰਦੇ ਸੀ, ਕੱਢ ਕੇ ਉਹਦਾ ਫਰਨੀਚਰ ਤਿਆਰ ਕਰਦੇ ਹੁੰਦੇ ਸੀਗੇ। ਜਾਂ ਕੋਈ ਦਰਖਤ ਆਪਦੇ ਖੇਤ 'ਚ ਲਾਉਣ ਸੀ, ਟਾਹਲੀਆਂ ਵਗੈਰਾ ਵੀ ਜੇ ਕੱਲ੍ਹ ਨੂੰ ਸਾਡੀ ਕੁੜੀ ਜਦੋਂ ਵੱਡੀ ਹੋਈ ਤੇ ਇਹਦਾ ਅਸੀਂ ਫਰਨੀਚਰ ਬਣਾਵਾਂਗੇ, ਉਹ ਚੀਜ਼ ਰੱਖਦੇ ਸੀਗੇ। ਉਹ ਅਸੀਂ ਅੱਜ ਕੱਲ੍ਹ ਉਲਟਾਂ ਜੀ, ਅਸੀਂ ਖੇਤ ਜਾਂਦੇ ਉਤਰਨ ਸਾਰ ਪਹਿਲਾਂ ਖੇਤ 'ਚ ਪਿਸ਼ਾਬ ਕਰਦੇ ਜੀ। ਨਾ ਸਾਨੂੰ ਠੰਡੇ ਮਤਲਬ ਛਾਂ ਦਾ ਫਰਕ ਹੈ ਜੀ ਪਤਾ, ਨਾ ਸਾਨੂੰ ਚੜ੍ਹਦੇ ਦਾ ਜੀ। ਬੰਦਾ ਤੁਸੀਂ ਦੇਖ ਲਓ 99% ਬੰਦਾ ਜਦੋਂ ਖੇਤ ਜਾਊਗਾ ਉਤਰ ਕੇ ਪਹਿਲਾਂ ਆਪਦੇ ਖੇਤ 'ਚ ਹੀ ਪਿਸ਼ਾਬ ਕਰੂ। ਆਪਦੇ ਕੰਮ ਨੂੰ ਵੀ ਅਸੀਂ ਕੰਮ ਨਹੀਂ ਸਮਝਦੇ ਜੀ। ਫਿਰ ਛਾਵੇਂ ਖੜ੍ਹ ਕੇ ਜਿੱਥੇ ਗਏ, ਮੇਰਾ ਰੂਲ ਆ ਲਾਈਫ ਦੇ ਵਿੱਚ, ਮੈਂ ਇੱਕ ਤਾਂ ਅੱਜ ਤੱਕ ਕਦੇ ਛਾਵੇਂ ਬਾਥਰੂਮ ਕੀਤਾ, ਨਾ ਮੈਂ ਚੜ੍ਹਦੇ ਵਾਲੇ ਪਾਸੇ ਕਦੇ ਕੀਤਾ। ਇਹ ਮੇਰਾ ਦਿਲ ਮੰਨਦਾ। ਉਹਦਾ ਕੀ ਲੌਜਿਕ ਹੈ? ਨਹੀਂ, ਬਸ ਮੇਰਾ ਦਿਲ ਨਹੀਂ ਮੰਨਦਾ ਕਿਸੇ ਨੂੰ। ਮਤਲਬ ਜੇ ਤੁਹਾਨੂੰ ਸਾਰੀ ਦੁਨੀਆ ਨੂੰ ਚਾਨਣ ਵਿਖਾਈ ਜਾਂਦਾ, ਤੂੰ ਉਹਦੇ ਪਾਸੇ ਇਹ ਕੰਮ ਕਰਕੇ ਆਕੜ ਵਿਖਾਉਣਾ ਦਾ ਮਤਲਬ, ਮੇਰਾ ਦਿਲ ਮੰਨਦਾ, ਮੈਂ ਨਹੀਂ ਉਹ ਕੰਮ ਕਰਦਾ। ਸੋ ਮੈਨੂੰ ਇਹ ਚੀਜ਼ਾਂ ਨਹੀਂ ਪਸੰਦ ਗਈਆਂ। ਠੀਕ ਹੈ, ਹਰ ਬੰਦੇ ਦੇ ਆਪਣੇ ਸਿਧਾਂਤ ਨੇ, ਉਹਨਾਂ ਸਿਧਾਂਤਾਂ ਤੇ ਟਿਕਣਾ ਚਾਹੀਦਾ ਹੈ। ਹਾਂ, ਮੈਂ ਟਿਕਦਾ, ਥਿੜਕੋ ਨਾ। ਹਾਂ ਜੀ, ਮੈਂ ਟਿਕਦਾ ਜੀ। ਮੈਨੂੰ ਸਭ ਤੋਂ ਜ਼ਿਆਦਾ ਮੈਂ ਕਿਸੇ ਨੂੰ ਅੱਜ ਤੱਕ ਬੁੱਕ ਲਿਖਤੀ ਹੈ, ਮੈਂ ਮਤਲਬ ਮੈਟਰ ਬਹੁਤ ਲਿਖਿਆ ਜੀ। ਮੇਰੇ ਆਪਦੇ ਕੱਦ ਜਿੰਨਾ ਮੈਟਰ ਚੱਕੀ, ਮੇਰੇ ਕੱਦ ਨੂੰ ਉੱਚਾ ਮੈਟਰ ਲਿਖਿਆ ਹੋਊਗਾ ਮੈਂ। ਤੇ ਉਹਦੇ ਵਿੱਚ ਮੈਂ ਅੱਜ ਤੱਕ ਕਿਸੇ ਨੂੰ ਨਹੀਂ ਪੜ੍ਹਿਆ। ਮੈਂ ਗੁਰਬਾਣੀ ਸੁਣਦਾ ਜੀ, ਮੈਨੂੰ ਗੁਰਬਾਣੀ ਉੱਚੀ ਉੱਚੀ ਬੋਲਣਾ ਜੀ, ਪੜ੍ਹਨਾ ਮੈਨੂੰ ਬਹੁਤ ਵਧੀਆ ਲੱਗਦਾ। ਮੈਨੂੰ ਗੁਰੂ ਘਰੇ ਜਾ ਕੇ ਸੇਵਾ ਕਰਨੀ ਬਹੁਤ ਵਧੀਆ ਲੱਗਦੀ ਹੈ। ਉੱਥੇ ਮੈਂ ਸੇਵਾ ਉੱਥੇ ਕਰਦਾ ਜਿੱਥੇ ਮੈਨੂੰ ਕੋਈ ਜਾਣਦਾ ਨਾ ਹੋਵੇ। ਮੈਂ ਇਹ ਨਹੀਂ ਵਿਖਾਉਣਾ ਆਹ ਦੇਖੋ ਗੁਰਮੀਤ ਗੁਰਦੁਆਰੇ ਚੱਲਿਆ ਸੇਵਾ ਕਰੀ ਜਾਂਦਾ, ਨਾ ਉਹ ਨਹੀਂ। ਮੈਨੂੰ ਕੋਈ ਫੋਟੋਆਂ ਖਿਚਾਉਣ ਦਾ ਸ਼ੌਂਕ ਨਹੀਂ। ਮੈਂ ਕਿਸੇ ਦੇ ਸਾਹਮਣੇ ਮੈਨੂੰ ਕੋਈ ਸ਼ੌਂਕ ਨਹੀਂ। ਬਸ ਮੇਰਾ ਸ਼ੌਂਕ ਆ ਕੰਮ ਨਾਲ ਮਤਲਬ ਹੈ। ਜਿਵੇਂ ਤੁਹਾਨੂੰ ਦੱਸਿਆ ਹੈਗਾ, ਮੇਰੇ ਕੋਲ ਸੁਪਨੇ ਆ, ਉਹ ਮੈਂ ਪੂਰੇ ਕੀਤੇ ਬਿਨਾਂ ਜਾਣਾ ਨਹੀਂ। ਉਹ ਮੈਂ ਪੂਰੇ ਕਰਨੇ, ਉਹ ਮੈਂ ਆਪਦੀ ਮਿਹਨਤ ਨਾਲ ਕਰਨੇ ਹੈਗੇ ਆ। ਉਹਦੇ ਵਿੱਚ ਕੋਈ ਕੁਛ ਕਹੀ ਚੱਲੇ, ਮੈਨੂੰ ਉਹ ਚੀਜ਼ ਦੀ ਕੋਈ ਪਰਵਾਹ ਨਹੀਂ। ਮੇਰਾ ਆਪਦਾ ਰਾਹ ਹੈ, ਉਹ ਮੇਰਾ ਬਣਿਆ। ਮੈਂ ਅੱਜ ਤੱਕ ਤੁਸੀਂ ਯਕੀਨ ਕਰੋ, ਜਿਸ ਟਾਈਮ ਮੇਰੇ ਪੈਰਾਂ 'ਚ ਚੱਪਲਾਂ ਵੀ ਹੈ ਨਹੀਂ ਸੀ, ਤੇ ਅੱਜ ਬੇਸ਼ੱਕ ਦੀ ਮੈਂ ਕਾਰਾਂ ਤੱਕ ਆ ਗਿਆ ਹੈਗਾ, ਪਰ ਫਿਰ ਵੀ ਜਿਹੜੇ ਮੇਰੀ ਲਾਈਫ ਦੇ ਵਿੱਚ ਅੱਗੇ ਮੈਂ ਬੇਈਮਾਨੀ ਨਹੀਂ ਕਦੇ ਕਿਸੇ ਨਾਲ ਕੀਤੀ। ਉਹ ਦੌਰ ਦੇਖਿਆ ਜਦੋਂ ਚੱਪਲਾਂ ਵੀ ਹੈ ਨਹੀਂ ਸੀ? ਹਾਂ ਜੀ, ਮੈਂ ਦੇਖਿਆ ਜੀ। ਮੈਂ ਸਕੂਲ ਬਿਨਾਂ, ਤੁਸੀਂ ਯਕੀਨ ਕਰੋ, ਇੱਕ ਟਾਈਮ ਇਹੋ ਜਿਹਾ ਸੀਗਾ ਜਦੋਂ ਸਿਆਲ ਦੇ ਵਿੱਚ ਬੂਟ ਪਾਉਂਦੇ ਹੁੰਦੇ ਸੀ ਤੇ ਮੇਰੇ ਕੋਲ ਚੱਪਲਾਂ ਸੀਗੀਆਂ, ਬੂਟ ਮੇਰੇ ਕੋਲ ਹੈ ਨਹੀਂ ਸੀਗੇ। ਉੱਥੇ ਫਿਰ ਮੈਨੂੰ ਕਹਿੰਦੇ ਸੀ, ਮੈਂ ਮੋਨੀਟਰ ਰਿਹਾ ਜਿੰਨਾ ਚਿਰ ਉੱਥੇ ਪੜ੍ਹਿਆ, ਸਰਕਾਰੀ ਹਾਈ ਸਕੂਲ ਚੱਕ ਸੀਰੀਅਲ ਪੜ੍ਹਿਆ। ਫਿਰ ਮੈਂ ਇੱਕ ਟਾਈਮ ਤੇ ਆਪਣਾ ਗੂਠਾ ਬਲੇਟ ਨਾਲ ਵੱਢ ਲਿਆ ਸੀ, ਉਹ ਮਤਲਬ ਪੱਟੀ ਬਲੇਟ ਕੇ, ਤਾਂ ਕਿ ਮੈਨੂੰ ਕੋਈ 10-15 ਦਿਨ ਬੂਟ ਨਾ ਮੰਗੇ। ਫਿਰ ਮੈਂ ਆਪਦੇ ਕਿਸੇ ਦੋਸਤ ਤੋਂ ਪੁਰਾਣੇ ਬੂਟ 50-60 ਰੁਪਈਆਂ 'ਚ ਲਏ ਸੀ। ਅੱਛਾ, ਮੈਂ ਉਹ ਦੌਰ ਦੇਖੇ ਆ। ਤੇ ਉਹ ਹੁਣ ਜੇ ਕੋਈ ਗੱਲ ਕਰਦਾ ਹੈਗਾ ਜੀ, ਜਿਵੇਂ ਹੁੰਦਾ ਆਪਾਂ ਕਹਿੰਦੇ ਜੀ ਪੰਜਾਬੀ ਜਿਹੜੇ ਹੈਗੇ ਆ ਸਭ ਤੋਂ ਜਿਹੜੀ ਹੈਗੀ ਦਲੇਰ ਕੌਮ, ਅਣਖੀ ਕੌਮ ਆ। ਮੈਂ ਪੜ੍ਹਿਆ, ਪਰ ਮੈਂ ਕਹਾਂ ਵੀ ਸਭ ਤੋਂ ਜਿਹੜੀ ਹੈਗੀ ਆ ਇਹ ਕੌਮ ਡਰਪੋਕ ਹੈ ਜੀ। ਹੁਣ ਤੁਸੀਂ ਪੁੱਛੋ ਕਿਉਂ ਜੀ? ਤੁਹਾਡੇ 'ਚੋਂ ਕੋਈ ਬੰਦਾ ਉੱਠ ਕੇ ਤਰੱਕੀ ਕਰਦਾ ਜੀ, ਮਿਹਨਤ ਕਰਦਾ, ਤੁਹਾਨੂੰ ਵੀ ਪਤਾ, ਉਹ ਬੰਦੇ ਸਭ ਤੋਂ ਪਹਿਲਾਂ ਤਾਂ ਭਰਾ ਭੈਣ ਉੱਤੇ ਖਾਰ ਖਾਊਗਾ, ਫਿਰ ਉਹਦਾ ਮਾਂ ਪਿਓ ਖਾਊਗਾ, ਫਿਰ ਤਾਏ ਚਾਚੇ ਖਾਣਗੇ ਜੀ, ਫਿਰ ਜਿਹੜੀ ਦੁੱਕੀ ਤਿੱਕੀ ਆਂਢ ਗੁਆਂਢ ਦੀ ਰਲ ਕੇ ਤੇ ਫਿਰ ਉਹ ਪਾਊਗੀ ਵੀ ਉਸ ਟਾਈਮ ਤੇ ਉਹ ਲੋਕ ਵੀ ਤੁਹਾਨੂੰ ਮੱਤਾਂ ਦੇਣਗੇ ਜਿਨ੍ਹਾਂ ਨੂੰ ਤੁਸੀਂ ਚੱਕ ਕੇ ਖੜਾਇਆ ਹੁੰਦਾ, ਜਿਨ੍ਹਾਂ ਨੇ ਤੁਹਾਡਾ ਦੌਰ ਨਹੀਂ ਦੇਖਿਆ, ਉਹ ਵੀ ਤੁਹਾਡੇ ਤੇ ਉਂਗਲਾਂ ਉੱਠਦਾ ਹੈਗਾ। ਉਹਨਾਂ ਨੂੰ ਫਿਰ ਉਹ ਕਹਿਣਗੇ ਜੀ ਇਹਨੇ ਕੋਈ 2 ਨੰਬਰ ਦਾ ਕੰਮ ਕੀਤਾ ਹੋਣਾ, 3 ਦਾ ਕੀਤਾ ਹੋਣਾ। ਉੱਥੇ ਉਹਨਾਂ ਨੂੰ ਪੁੱਛੇ ਵੀ ਇਹ 2 ਦਾ ਕਰਕੇ ਚੜ੍ਹਾਈ ਕਰ ਗਿਆ ਤੇ ਤੁਸੀਂ ਵੀ ਕਰ ਲਓ, ਤੁਸੀਂ ਕੋਈ 4 ਦਾ ਕਰ ਲਓ, ਕਰੋ ਤਾਂ ਸਹੀ। ਜੇਕਰ ਗੁਰਮੀਤ ਕੋਈ ਕੰਮ ਕਰ ਰਿਹਾ ਆਪਦੇ ਦਮ ਤੇ ਕਰ ਰਿਹਾ, ਤੁਹਾਡੇ ਤੇ ਤਾਂ ਕੀਤਾ ਨਹੀਂ। ਹਾਂ, ਜੇ ਕਿਸੇ ਨੇ ਮਦਦ ਕੀਤੀ ਹੈ ਮੇਰੀ ਕਿਸੇ ਟਾਈਮ ਤੇ ਵਿੱਚ ਵੀ, ਮੈਂ ਕਰ ਪਾਏ ਜਾਂ ਜੋ ਵੀ ਮੈਂ ਅੱਜ ਤੱਕ। ਪਰ ਸਾਡੀ ਇਹ ਮਾਨਸਿਕਤਾ ਵੀ ਹੈ ਨਾ, ਅਸੀਂ ਅਮੀਰ ਨੂੰ ਬੜੀ ਵੱਖਰੀ ਨਜ਼ਰ ਨਾਲ ਦੇਖਦੇ ਹਾਂ। ਅਸੀਂ ਸਾਰੇ ਅਮੀਰ ਬਣਨ ਦੀ ਦੌੜ 'ਚ ਵੀ ਹਾਂ। ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਕੋਲ ਪੈਸਾ ਹੋਵੇ। ਅਸੀਂ ਸਮਾਜ 'ਚ ਇਹ ਸੁਨੇਹਾ ਵੀ ਦਿੰਦੇ ਹਾਂ ਤੇ ਆਸ ਵੀ ਕਰਦੇ ਹਾਂ ਕਿ ਗਰੀਬੀ ਚੱਕ ਦਿਓ। ਸਰਕਾਰਾਂ ਵੀ ਕਹਿੰਦੀਆਂ ਗਰੀਬੀ ਚੱਕ ਦਿਓ। ਗਰੀਬੀ ਚੱਕਣ ਦਾ ਮਤਲਬ ਹੈ ਕਿ ਕਿਸੇ ਕੋਲੇ ਪੈਸਾ ਹੋਣਾ, ਅਮੀਰ ਹੋਣਾ। ਪਰ ਅਸੀਂ ਅਮੀਰ ਨੂੰ ਹਮੇਸ਼ਾ ਇੱਕ ਨਫ਼ਰਤ ਦੀ ਨਜ਼ਰ ਨਾਲ ਵੀ ਦੇਖਦੇ ਹਾਂ ਕਿ ਯਾਰ ਇਹਨੇ ਕੁਝ ਮਾੜਾ ਹੀ ਕੰਮ ਕੀਤਾ ਹੋਣਾ, ਤਾਂ ਹੀ ਇਹਦੇ ਕੋਲੇ ਪੈਸਾ ਆ ਗਿਆ। ਉਹੀ ਮੈਂ ਦੱਸੀ ਜਾਂਦਾ ਜੀ, ਸਾਡੀ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਆ, ਅਸੀਂ ਆਪਦਿਆਂ ਨੂੰ ਨਹੀਂ ਜਰ ਸਕਦੇ ਜੀ। ਅਸੀਂ ਸਭ ਤੋਂ ਜ਼ਿਆਦਾ ਸੜਦੇ ਆਪਦਿਆਂ ਤੇ।
ਆਪਦਿਆਂ ਤੇ ਹੀ ਸਭ ਤੋਂ ਜ਼ਿਆਦਾ ਛੱਡਦੇ। ਫਿਰ ਉੱਥੇ ਸਾਡੀ ਅਣਖਾਂ ਕਿੱਥੇ ਰਹਿ ਗਈਆਂ, ਕਿੱਥੇ ਅਸੀਂ ਅਣਖੀ ਬੰਦੇ ਰਹਿ ਗਏ ਜੀ। ਅਸੀਂ ਕਨਾਲ ਪਿੱਛੇ ਕਿੱਲੇ ਪਿੱਛੇ ਤਾਂ ਪਰਿਵਾਰ ਦੇ ਗੋਲੀਆਂ ਮਾਰਦੇ ਨੇ, ਕਿੰਨੀ ਤੁਸੀਂ ਖਬਰਾਂ ਕਰਦੇ ਆ ਜੀ। ਫਿਰ ਅਣਖ ਤੁਹਾਡੀ ਕਿੱਥੇ, ਅਣਖ ਤਾਂ ਤੁਹਾਡੀ ਘਰੇ ਹੀ ਰਹਿ ਗਈ। ਆਪਦੇ ਮਰੀ ਚੱਲੋ ਤੇ ਆਪਦੇ ਜੇਲ੍ਹਾਂ ਜਾਈ ਚੱਲੋ। ਉਹ ਵੀ ਮੈਂ 2 ਭਰਾਵਾਂ ਤੇ ਕਹਾਣੀ ਲਿਖੀ ਸੀਗੀ ਇੱਕ ਜੀ, ਉਹ ਫਿਰ ਮੈਂ ਕਿਸੇ ਦਿਨ ਫੇਰ ਮਿਲੇ ਤਾਂ ਫੇਰ ਸੁਣਾਉਂਗਾ। ਉਹ ਵੀ ਇਸੇ ਤਰ੍ਹਾਂ ਹੀ ਸੀ, ਜ਼ਮੀਨ ਜਾਇਦਾਦ ਤੇ ਸੀ। ਛੋਟੀ ਸੁਨਾਨ ਨਾਲ ਉਹਦੇ ਵਿੱਚ ਦੁਸ਼ਮਣੀ ਹੁੰਦੀ ਹੈ 2 ਪਰਿਵਾਰਾਂ ਦੀ ਜੀ। ਉਹ ਇੱਕ ਦੂਜੇ ਨੂੰ ਮਤਲਬ ਜਿਵੇਂ ਚੱਲਦੇ ਕੋਈ ਕਿੱਲੇ ਦਾ ਰੌਲਾ ਹੁੰਦਾ, ਉਹਨੂੰ ਮਾਰਦਾ। ਤੀਜੀ ਪੀੜ੍ਹੀ ਤੇ ਆ ਜਾਂਦੀ ਹੈ। ਤੀਜੀ ਪੀੜ੍ਹੀ ਤੇ ਆ ਕੇ ਜਿਵੇਂ ਇੱਕ ਮੁੰਡਾ ਚਾਚਾ ਜਿਹੜਾ ਹੁੰਦਾ, ਉਹ ਮਤਲਬ ਭਤੀਜਾ ਜਿਹੜਾ ਹੁੰਦਾ ਆਪਦੇ ਚਾਚੇ ਨੂੰ ਖੇਤ ਮਾਰ ਦਿੰਦਾ। ਤੇ ਉਹ ਕੋਈ ਭੱਜ ਕੇ ਪਿੰਡ ਵਾਲੇ ਉਦੋਂ ਆਉਂਦੇ ਹੈਗੇ ਆ, ਨਹੀਂ ਸੌਰੀ, ਉਹ ਨਾ ਮਤਲਬ 2 ਭਰਾ ਹੁੰਦੇ, ਦੋਵੇਂ ਖੇਤ ਲੜ ਪੈਂਦੇ ਹੈਗੇ ਆ। ਤੇ ਉਹ ਇੱਕ ਨੂੰ ਮਾਰ ਦਿੰਦਾ, ਤੇ ਉਹਦੇ ਘਰੇ ਜਿਹੜਾ ਜਿਹਦਾ ਡੈਡੀ ਮਾਰਿਆ ਹੁੰਦਾ, ਉਹਦੇ ਘਰੇ ਬੰਦੇ ਭੱਜ ਕੇ ਆ ਜਾਂਦੇ ਆ। ਉਹਨੂੰ ਕਹਿੰਦੇ ਵੀ ਐਂ ਕਰਕੇ ਤੇਰੇ ਪਿਓ ਨੂੰ ਖੇਤ ਵੱਢਤਾ, ਵੀ ਤੂੰ ਕੁਛ ਕਰ। ਉਹ ਬੈਠਾ ਰਹਿੰਦਾ ਚੁੱਪ ਕਰਕੇ। ਉਹਨੂੰ ਕਹਿੰਦਾ ਵੀ ਤੈਨੂੰ ਯਾਰ ਸ਼ਰਮ ਆਉਣੀ ਚਾਹੀਦੀ ਹੈਗੀ, ਤੇਰਾ ਪਿਓ ਤਾਂ ਖੇਤ ਵੱਢਿਆ ਪਿਆ ਹੈਗਾ, ਫੈਰ ਮਾਰੇ ਅਗਲੇ ਨੇ, ਤੁਹਾਡੀ ਜ਼ਮੀਨ ਦਾ ਰੌਲਾ ਸੀ ਤੇ ਤੂੰ ਘਰੇ ਬੈਠਾ ਹੈਗਾ। ਉਹ ਕਹਿੰਦਾ ਯਾਰ ਜਿਹੜੇ ਬੰਦੇ ਨੇ ਆਪਦਾ ਭਰਾ ਮਾਰ ਲਿਆ, ਤੇ ਉਹਨੇ ਕੀ ਆਪਦਾ ਹੀ ਗਵਾ ਲਿਆ, ਉਹਨੇ ਆਪਦਾ ਭਰਾ ਗਵਾ ਲਿਆ ਯਾਰ। ਮੈਂ ਤੇ ਆਂਦਾ ਅੱਜ 18 ਸਾਲ ਦਾ 20 ਸਾਲ ਦਾ, ਮੈਂ ਤੇ ਹੁਣ ਆਪਦੇ ਪਿਓ ਨੂੰ ਦੇਖਿਆ, ਉਹਨੇ ਤਾਂ 40 ਸਾਲ ਤੋਂ ਆਪਦੇ ਨਾਲ ਖੇਡਿਆ। ਜਿਹਨੇ ਆਪਦਾ ਭਰਾ ਮਾਰ ਲਿਆ ਉਹਨੇ ਪੱਲੇ ਕੀ ਰਹਿ ਗਿਆ, ਤਾਂ ਮੈਂ ਨਹੀਂ ਉਹਨੂੰ ਮਾਰਦਾ, ਕੋਈ ਗੱਲ ਨਹੀਂ, ਉਹਨੇ ਆਪਦਾ ਭਰਾ ਮਾਰਿਆ, ਮੇਰਾ ਕੀ ਮਾਰਿਆ ਉਹਨੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ। ਫਿਰ ਉਹ ਮੁੜ ਕੇ ਉਹਦੇ ਵਿੱਚ ਫਿਰ ਮੈਂ ਰਿਜ਼ਲਟ ਵਿਖਾਇਆ। ਫਿਰ ਉਹ ਬੰਦਾ ਜਦੋਂ ਆਉਂਦਾ ਹੈਗਾ, ਫਿਰ ਉਹਦੇ ਪੈਰਾਂ 'ਚ ਡਿੱਗਦਾ ਆਪਦੇ ਭਤੀਜੇ ਦੇ। ਫਿਰ ਉਹਦੇ ਕੁੜੀ ਵਿਖਾਈ ਹੈਗੀ ਵੀ ਇੱਕ ਕੁੜੀ ਹੈਗੀ, ਭੈਣ ਭਰਾ ਸੀ ਦੋਵੇਂ। ਫਿਰ ਉਹ ਵਿਚਾਰਾ ਉਹ ਬੰਦਾ ਹੋ ਸਕਦਾ ਉਹਦਾ ਪਿਓ ਨਾ ਉਹ ਕੰਮ ਕਰ ਸਕਦਾ ਜਿਹਨੂੰ ਉਹਨੇ ਮਾਰਿਆ ਸੀ ਭਰਾ ਨੇ। ਫਿਰ ਉਹ ਕੁੜੀ ਚੰਗੇ ਥਾਂ ਵਿਆਹੁੰਦਾ, ਐਂ ਕਰਦਾ, ਮਤਲਬ ਲਾ ਕੇ ਤੇ ਬਹੁਤ ਵਧੀਆ ਵਿਖਾਉਂਦਾ ਹੈਗਾ ਵੀ ਉਹਦੇ ਵਿੱਚ ਰਿਜ਼ਲਟ ਵੀ ਵਿਖਾਇਆ ਵੀ ਭਾਈ। ਉਦੋਂ ਮੁੜ ਕੇ ਜਦੋਂ ਰਿਜ਼ਲਟ ਸੀ ਇਹਨਾਂ ਨੇ ਵੀ ਉਹ ਬੰਦੇ ਨੇ ਜਿਹਨੇ ਆਪਦਾ ਭਰਾ ਮਾਰਿਆ, ਫਿਰ ਉਹ ਆਪਦੇ ਭਤੀਜੇ ਦਾ ਕਰਦਾ, ਆਪਦੇ ਪੁੱਤਾਂ ਧੀਆਂ ਨੂੰ ਜ਼ਿਆਦਾ ਕਰਦਾ। ਫਿਰ ਐਂਡ ਤੇ ਉਹੀ ਕਹਿੰਦੇ ਵੀ ਹਾਂ ਜੀ ਸਾਡਾ ਪਿਓ ਹੁੰਦਾ ਹੋ ਸਕਦਾ ਸਾਡੇ ਵਿਆਹ ਜਾਂ ਸਾਡੇ ਘਰ ਜੇ ਨਾ ਪਾ ਕੇ ਦਿੰਦਾ, ਜਿਵੇਂ ਸਾਡੇ ਤਾਏ ਚਾਚੇ ਨੇ ਪਾਤੇ। ਤਾਂ ਸਾਡੇ ਅੰਦਰ ਮਤਲਬ ਤੁਸੀਂ ਕਹਿ ਰਹੇ ਹੋ ਅਸੀਂ ਫੇਕ ਬਹੁਤ ਆ ਅੰਦਰੋਂ, ਬਹੁਤ ਹੀ ਖੋਖਲੇ ਆ ਅੰਦਰੋਂ ਅਸੀਂ, ਸਹੀ ਮੈਣਿਆਂ ਦੇ ਵਿੱਚ। ਹਾਂਜੀ ਹਾਂਜੀ। ਤਾਂ ਜਿਹੜੀਆਂ ਅਸੀਂ ਆ ਗੱਲਾਂ ਕਰਦੇ ਆ ਅਣਖੀ ਵਾਲੀਆਂ, ਜਾਂ ਜਿਹੜੀ ਗੀਤਾਂ 'ਚ ਅਸੀਂ ਗੱਲਾਂ ਕਰੀ ਜਾਂਦੇ ਆ, ਇਹ ਸਭ ਝੂਠ ਹੈ। ਹਾਂ, ਹਕੀਕਤ ਤਾਂ ਵਿਖਾਓ ਨਾ। ਫਿਰ ਉਹੀ ਕਹਿੰਦਾ ਹਕੀਕਤ ਦੇ ਵਿੱਚ ਆਓ ਤੁਸੀਂ। ਤੁਸੀਂ ਧਰਤੀ ਤੇ ਜਨਮ ਲਿਆ ਆਏ ਤਾਂ ਮਰਨ ਵਾਸਤੇ ਆ। ਜੇ ਤੁਸੀਂ ਕਹੋ ਮੈਂ ਮਰਦਾ ਨਹੀਂ ਤੇ ਤਾਂ ਗਲਤ ਆ। ਫਿਰ ਤੁਸੀਂ ਕਿਤੇ ਫੈਰ ਮਾਰਿਆ, ਫਿਰ ਉਹਦਾ ਰਿਜ਼ਲਟ ਵੀ ਵਿਖਾਉਣਾ। ਉਸ ਤੋਂ ਬਾਅਦ ਕੀ ਬਣਿਆ? ਚੁੱਲ੍ਹਿਆਂ 'ਚ ਘਾਹ ਉੱਗ ਪੈਂਦਾ, ਸਿਆਣੇ ਬੁੜੇ ਕਹਿੰਦੇ ਸੀ, ਫਿਰ ਉਗਦਾ ਜਿੱਥੇ ਮਰਜ਼ੀ ਦੇਖ ਲਓ। ਜੇ ਤੁਸੀਂ ਹੁਣ ਬੇਅਦਬੀਆਂ ਕਰਦੇ ਕਿਸੇ ਚੀਜ਼ ਨੂੰ, ਹੁਣ ਰੱਬ ਨੂੰ ਜਿਹੜੀ ਬਾਣੀ ਹੈਗੀ ਆ, ਗੁਰੂਆਂ ਲਿਖਿਆ, ਤੁਸੀਂ ਉਹਨੂੰ ਤਾਰ ਕਰ ਰਹੇ ਤਾਂ ਰਿਜ਼ਲਟ ਤਾਂ ਤੁਹਾਨੂੰ ਭੁਗਤਣਾ ਤਾਂ ਪਊਗਾ ਹੀ ਇੱਥੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਹੋਈ ਪਿਛਲੇ 4-5 ਸਾਲ ਤੋਂ, ਇਹ ਟ੍ਰੈਂਡ ਹੀ ਬਣ ਗਿਆ। ਰੋਜ਼ ਕੋਈ ਨਾ ਕੋਈ ਉੱਠਦਾ ਮਹਾਰਾਜ ਦੇ ਸਰੂਪ ਦੀ ਬੇਦਬੀ ਕਰ ਦਿੰਦਾ, ਫਿਰ ਕਹਿ ਦੇਣਗੇ ਪਾਗਲ ਹੈ ਜੀ, ਇਹ ਤਾਂ ਮਾਨਸਿਕ ਤੌਰ ਤੇ ਬਿਮਾਰ ਹੈ, ਜਾਂ ਜੋ ਵੀ ਰੀਜ਼ਨ ਨੇ, ਜਾਂ ਜਿਹੜੇ ਵੀ ਬੰਦੇ ਨੇ। ਤੁਹਾਨੂੰ ਲੱਗਦਾ ਕਿ ਇਹਦਾ ਰਿਜ਼ਲਟ ਇਹਨਾਂ ਨੂੰ ਭੁਗਤਣਾ ਪੈਣਾ? ਜ਼ਰੂਰ ਜੀ, ਹਰ ਹਾਲਤ 'ਚ ਭੁਗਤਣਾ ਪਊਗਾ ਜੀ। ਇਹ ਕਦੋਂ ਹੋਇਆ ਜੀ? ਅੱਜ ਤੱਕ ਹੋਇਆ? ਇਤਿਹਾਸ ਫਰੋਲ ਲਓ ਵੀ ਜਿਹਨੇ ਕੋਈ ਕੀਤਾ ਹੋਵੇ, ਮਾੜਾ ਕੀਤਾ ਹੋਵੇ, ਬਚਿਆ ਫਿਰਦਾ ਹੋਵੇ। ਜਾਣ ਤੋਂ ਪਹਿਲਾਂ, ਧਰਤੀ ਤੋਂ ਜਾਣ ਤੋਂ ਪਹਿਲਾਂ ਤਾਂ ਉਹਦਾ ਨਿਬੇੜਾ ਹੋਊਗਾ ਜੀ। ਜੇ ਮੈਂ ਕੁਛ ਮਾੜਾ ਕੀਤਾ ਮੇਰਾ ਵੀ ਹੋਊਗਾ ਜੀ, ਜਿਹਨੇ ਵੀ ਕੀਤਾ ਤਾਂ ਹੋਊਗਾ ਹੀ ਹੋਊਗਾ ਜੀ। ਕਿਉਂ ਹੋਣਾ ਚਾਹੀਦਾ ਵੀ ਹੈ, ਜ਼ਰੂਰ ਹੋਊਗਾ ਜੀ। ਨਾ ਤੂੰ ਬੰਦਾ ਨਾ ਕਰੂਗਾ ਜੀ, ਉਹ ਆਪਦੇ ਆਪ ਨਿਬੜ ਲੂਗਾ ਜੀ। ਜੇ ਹੁਣ ਮੇਰੀ ਕਿਸੇ ਨੇ ਚੀਜ਼ ਚੋਰੀ ਕੀਤੀ, ਮੈਂ ਪੁਲਿਸ ਦੇ ਵਿੱਚ ਗਿਆ ਜੀ, ਮੰਨ ਲਓ ਪੁਲਿਸ ਮੇਰਾ ਨਹੀਂ ਕਰਦੀ, ਤੇ ਫਿਰ ਮੈਂ ਥੋੜੀ ਛੱਡੂਗਾ ਜੀ। ਜੇ ਉਹਦੇ ਅੰਗ ਹੈ, ਜੇ ਉਹਦੇ ਮਤਲਬ ਗੁਰੂ ਗ੍ਰੰਥ ਸਾਹਿਬ ਗੁਰੂਆਂ ਦੇ ਮੰਨ ਲਓ ਪੁੱਤ ਧੀਆਂ ਹੈਗੀ ਆ, ਜੇ ਉਹਨਾਂ ਨੂੰ ਕੋਈ ਛੇੜ ਕਰੂਗਾ ਤੇ ਫਿਰ ਆਪ ਥੋੜੀ ਬਖਸ਼ਣਗੇ। ਜੇ ਥੋੜੇ ਨਿਬੜ ਲੈਣਗੇ ਤਾਂ ਨਿਬੜਨੇ, ਤਾਂ ਅਗਲਾ ਆਪ ਨਿਬੜ ਲੂ। ਅੱਜ ਇੰਨਾ ਕਿਸਾਨ, ਜ਼ਮੀਂਦਾਰ, ਹਰ ਬੰਦਾ ਸੜਕਾਂ ਤੇ ਬੈਠਾ ਹੈ ਕੇਂਦਰ ਦੇ ਖਿਲਾਫ। ਪੰਜਾਬ ਸਾਰਾ ਕਹਿ ਰਿਹਾ ਵੀ ਕੇਂਦਰ ਧੱਕਾ ਕਰ ਰਿਹਾ ਹੈ, ਤਾਂ ਇਹਦਾ ਨਿਬੇੜਾ ਕੌਣ ਕਰੂਗਾ? ਫਿਰ ਕੀ ਉਹਨਾਂ ਨੂੰ ਕੋਈ ਅਸਰ ਹੋਊਗਾ? ਕੀ ਇਹਦਾ ਫਰਕ ਪਊਗਾ? ਉਹ ਵੀ ਫਿਰ ਉਹੀ ਦੱਸੀ ਜਾਂਦੇ, ਜਿਹਨੇ ਫਿਰ ਤੁਹਾਨੂੰ ਭੇਜਿਆ ਹੈਗਾ ਧਰਤੀ ਤੇ, ਫਿਰ ਕਰੂਗਾ ਤਾਂ ਉਹ ਵੀ ਜੀ। ਜਿੰਨੇ ਵਿਚਾਰੇ ਜਿਹਨੇ ਜ਼ੋਰ ਲਾਉਣਾ ਹੈਗਾ, ਅਸੀਂ ਆਪ ਦਾ ਜ਼ੋਰ ਤਾਂ ਲਾਉਣੇ ਆ ਜੀ। ਹੁਣ ਵਿਚਾਰੇ ਜੋ ਬੈਠੇ ਗਏ ਰੇਲ ਦੀਆਂ ਪਟੜੀਆਂ ਤੇ ਬੈਠੇ ਆ, ਪੁੱਤ ਧੀਆਂ ਦੇ ਜਿਹੜੀ ਪੜ੍ਹਾਈ ਹੈਗੀ ਉਹ ਸਾਰਾ ਕੁਝ ਮਤਲਬ ਖਰਾਬ ਹੋਈ ਜਾਂਦਾ ਹੈਗਾ ਜੀ। ਤੇ ਉਹ ਨਿਬੇੜਾ ਕਿਤੇ ਨਾ ਕਿਤੇ ਤਾਂ ਹੋਊਗਾ ਜੀ, ਕਿਤੇ ਨਾ ਕਿਤੇ ਪ੍ਰਮਾਤਮਾ ਸੁਣਦਾ ਜੀ, ਤੇ ਸੁਣੂਗਾ ਜ਼ਰੂਰ ਜੀ। ਅੱਜ ਨਹੀਂ ਤਾਂ ਕੱਲ, ਜਿਵੇਂ ਕਹਿੰਦੇ ਆ ਵੀ ਮਤਲਬ ਅੱਜ ਨਾਲੋਂ ਕੱਲ ਭਲਾ ਜੀ। ਤੁਹਾਨੂੰ ਉਮੀਦ ਹੈ ਹੁਣ ਆਉਣ ਵਾਲੇ ਦਿਨਾਂ 'ਚ ਤੁਹਾਡੀਆਂ ਫਿਲਮਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਸਾਫ਼ ਸੁਥਰੀਆਂ ਨੇ, ਹਾਂਜੀ ਹਾਂਜੀ, ਮੈਸੇਜ ਦੇਣਗੀਆਂ, ਹਾਂ ਜੀ। ਕੋਈ ਆਊਗਾ ਤੁਹਾਡੇ ਤਾਈਂ ਕਿ ਇਹ ਫਿਲਮਾਂ ਤੇ ਅਸੀਂ ਫਿਲਮ ਬਣਾਵਾਂਗੇ ਇਹਨਾਂ ਕਹਾਣੀਆਂ ਤੇ? ਦੇਖੋ ਜੀ, ਮੇਰਾ ਤਾਂ ਜਿਹੜਾ ਸਭ ਤੋਂ ਵੱਡਾ ਪ੍ਰੋਡਿਊਸਰ ਡਾਇਰੈਕਟਰ ਉਤਲਾ ਜੀ। ਮੇਰੀ ਤਾਂ ਆਸ ਉਸੇ ਦੀ ਹੁੰਦੀ, ਬੰਦੇ ਤੇ ਮੈਂ ਰੱਖੀ ਨਹੀਂ। ਜੇ ਉਹਨਾਂ ਨੇ ਚਾਹਿਆ ਵੀ ਮੇਰੇ ਕੋਲੋਂ ਇਹ ਚੀਜ਼ ਲਿਖਾਉਣੀ ਹੈਗੀ ਹੈ ਤਾਂ ਇੱਕ ਦਿਨ ਜ਼ਰੂਰ ਆਊਗਾ ਜੀ। ਤੇ ਕੋਸ਼ਿਸ਼ ਮੈਂ ਕਰੂੰਗਾ ਜੀ। ਹੁਣ ਕੁਝ ਟਾਈਮ ਦੇ ਵਿੱਚ ਮਿਲਣ ਦੀ ਕਿਸੇ ਨੂੰ, ਇਸ ਤੋਂ ਪਹਿਲਾਂ ਮੈਂ ਕਿਸੇ ਨੂੰ ਮਿਲਿਆ ਨਹੀਂ। ਹਾਂ, ਟੈਲੀ ਫਿਲਮਾਂ ਲਈ ਮੇਰੇ ਕੋਲ ਘੱਟੋ ਘੱਟ 200-300 ਫੋਨ ਆਏ ਆ। ਨਿੱਕੀਆਂ ਫਿਲਮਾਂ ਵਾਸਤੇ ਉਹ ਮੈਂ ਦਿੱਤੀਆਂ ਨਹੀਂ। ਹਾਂ, ਵੱਡੀਆਂ ਮੇਰੇ ਕੋਲ ਵੱਡੀਆਂ ਫਿਲਮਾਂ ਪਈਆਂ ਜਿਹੜੀਆਂ ਉਹ ਮੈਟਰ ਜੀ ਮੈਂ ਨਿੱਕੀਆਂ ਦਾ ਦੇਤਾ, ਕਿਉਂਕਿ ਇਹਦੇ ਵਿੱਚ ਮੈਂ ਸਕਰੀਨ ਪਲੇ, ਡਾਇਲੋਗ, ਮੈਂ ਸਾਰਾ ਕੁਝ ਲਿਖਿਆ ਹੋਇਆ ਜੀ। ਤਕਰੀਬਨ ਗਾਣਾ ਕਿੱਥੇ ਕੀ ਸ਼ੂਟ ਹੁੰਦਾ ਜੀ, ਸਾਰੀ ਮਤਲਬ ਉਹ ਮੈਂ ਲਿਖ ਚੁੱਕਿਆ ਜੀ। ਪਿਓਰ ਪੇਂਡੂ ਲੈਵਲ ਦੀ ਕਹਾਣੀ ਹੋਊਗੀ, ਜਿਹੜੀ ਤੁਹਾਨੂੰ ਐਂਡ ਤੱਕ ਨਹੀਂ ਪਤਾ ਲੱਗਣਾ ਕਹਾਣੀ ਦਾ ਮਤਲਬ ਐਂਡ ਕੀ ਹੈ ਜੀ। ਤੇ ਕਹਾਣੀ ਜਿਹੜੀ ਹੋਊਗੀ ਇੱਕ ਸਾਫ਼ ਸੁਥਰੀ ਹੋਊਗੀ, ਉਹਦੇ ਕੋਈ ਲੱਚਰਦਾ ਦਾ ਕੋਈ ਇਸੇ ਤਰ੍ਹਾਂ ਦਾ ਕੋਈ ਨਹੀਂ ਹੋਊਗਾ। ਉਹ ਮੈਸੇਜ ਤੁਹਾਨੂੰ ਜ਼ਰੂਰ ਦੇਊਗੀ। ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਵਾਸਤੇ, ਗੱਲਬਾਤ ਕਰਨ ਵਾਸਤੇ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।
ਸੋ ਇਹ ਬਹੁਤ ਜਜ਼ਬਾਤੀ ਗੱਲਾਂ ਵੀ ਸੀਗੀਆਂ, ਪਰ ਇਹਦੇ ਨਾਲ ਇੱਕ ਦ੍ਰਿੜ ਨਿਸ਼ਚੇ ਦੀ ਗੱਲ ਵੀ ਹੈ। ਜਿਸ ਤਰ੍ਹਾਂ ਗੁਰਮੀਤ ਸਿੰਘ ਬਾਮ ਕਹਿੰਦੇ ਆ ਕਿ ਮੈਂ ਜੋ ਠਾਣ ਲਿਆ ਉਹ ਮੈਂ ਕਰਕੇ ਹਟਦਾ, ਮੈਂ ਦ੍ਰਿੜ ਆਂ ਆਪਦੀ ਗੱਲ ਤੇ, ਮੈਂ ਥਿੜਕਦਾ ਨਹੀਂ ਕਦੇ ਵੀ। ਸਾਨੂੰ ਇਸ ਤੋਂ ਸਿੱਖਣਾ ਚਾਹੀਦਾ ਹੈ। ਵਿਚਾਰਧਾਰਾ ਸਾਰਿਆਂ ਦੀ, ਸਿਧਾਂਤ ਵੱਖੋ ਵੱਖਰੇ ਹੋ ਸਕਦੇ ਆ, ਲੜਾਈ ਸਿਧਾਂਤਕ ਹਮੇਸ਼ਾ ਰਹਿੰਦੀ ਆਈ ਹੈ। ਸਮਾਜ ਜਿਹੜਾ ਹੈ ਉਹ ਕਦੇ ਵੀ ਇੱਕੋ ਜਿਹਾ ਨਹੀਂ ਰਿਹਾ। ਸਮਾਜ ਦੀ ਖੂਬਸੂਰਤੀ ਇਹੀ ਹੈ ਕਿ ਉਹਦੇ ਵਿਚਾਰ ਵੱਖਰੇ ਵੱਖਰੇ ਹੁੰਦੇ, ਉਹ ਹਰੇਕ ਰੰਗ ਦਾ ਹੁੰਦਾ ਹੈ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਮਲੋਟ।